ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਸਮੇਂ ਸਤਸੰਗ ਘੜੀਆਂ ਪ੍ਰਾਪਤ ਹਨ। ਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਜੇ ਪਾਤਸ਼ਾਹ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਕਿ ਲੜੀਵਾਰ ਕਥਾ ਜੋ ਚੱਲ ਰਹੀ ਹੈ। ਲੜੀ ਤਹਿਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਦੇ ਜੀਵਨ ਪ੍ਰਸੰਗ। ਕੱਲ ਆਪਾਂ 17ਵੇਂ ਘਰ ਦਾ ਜੋ ਪ੍ਰਸੰਗ ਪੜ੍ਹ ਸੁਣ ਰਹੇ ਸਾਂ ਕਿ ਇੱਕ ਬੇਣੀ ਨਾਮ ਦਾ ਬਹੁਤ ਵਿਦਵਾਨ ਹੋਇਆ ਹੈ ਬ੍ਰਾਹਮਣ ਪੰਡਤ, ਜਿਹਨੇ ਸਾਰੇ ਧਰਮ ਗ੍ਰੰਥ ਜਿਹੜੇ ਪੜ੍ਹੇ ਹੋਏ ਬਹੁਤ ਉਸਨੂੰ ਯਾਦ ਸਨ। ਵਿਦਿਆ ਵਿੱਚ ਬਹੁਤ ਪ੍ਰਵੀਨ ਹੈ ਤੇ ਜਿੱਥੇ ਵੀ ਜਾਂਦਾ ਸੀ ਹੋਰ ਪੰਡਤਾਂ ਵਿਦਵਾਨਾਂ ਨਾਲ ਵਿਚਾਰ ਚਰਚਾ ਕਰਦਾ ਹੁੰਦਾ ਤੇ ਸ਼ਰਤ ਲਿਖਵਾ ਲੈਂਦਾ ਸੀ ਕਿ ਜਿਹੜਾ ਕੋਈ ਵਿਦਿਆ ਵਿੱਚ ਹਾਰ ਜਾਵੇਗਾ ਉਸਨੂੰ ਆਪਣੇ ਗ੍ਰੰਥ ਸਾਰੇ ਦੇਣੇ ਪੈਣਗੇ। ਕਿਉਂ? ਵਿਦਵਾਨ ਹੋਣ ਕਰਕੇ ਜਿਹੜਾ ਸੀ ਚਰਚਾ ਦੇ ਵਿੱਚ ਦੂਸਰੇ ਵਿਦਵਾਨ ਪੰਡਤ ਨੂੰ ਹਰਾ ਕੇ ਉਹਦੇ ਗ੍ਰੰਥ ਖੋਹ ਲੈਂਦਾ ਸੀ ਤੇ ਦਿਗਵਿਜੇ ਬਣਨ ਵਾਸਤੇ ਕਿ ਮੈਂ ਚਾਰੇ ਦਿਸ਼ਾਵਾਂ ਵਿੱਚ ਘੁੰਮ ਕੇ ਕੋਈ ਵੀ ਐਸਾ ਪੰਡਤ ਵਿਦਵਾਨ ਨਹੀਂ ਛੱਡਣਾ ਜਿਹਨੂੰ ਮੈਂ ਹਰਾ ਨਾ ਦੇਵਾਂ ਵਿਦਿਆ ਦੇ ਵਿੱਚ। ਇਸ ਤਰ੍ਹਾਂ ਦੀ ਸੋਚ ਲੈ ਕੇ ਘੁੰਮ ਫਿਰ ਰਿਹਾ ਕੁਦਰਤੀ ਸ੍ਰੀ ਗੋਇੰਦਵਾਲ ਸਾਹਿਬ। ਇਧਰ ਨਗਰ ਵਿੱਚ ਇਹਨੇ ਆ ਕੇ ਟਿਕਾਣਾ ਕੀਤਾ ਕਿਉਂਕਿ ਇੱਥੇ ਪੱਤਣ ਸੀ।
ਅਕਸਰ ਹੀ ਜਿਹੜੇ ਕੋਈ ਇਧਰੋਂ ਉਧਰ ਜਾਣਾ ਹੁੰਦਾ ਸੀ, ਇੱਥੇ ਉਹਨਾਂ ਨੂੰ ਰੁਕਣਾ ਪੈਂਦਾ ਹੁੰਦਾ ਸੀ। ਤੇ ਇਹਨੇ ਸੁਣਿਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਿਆ। ਇਹ ਵਿਚਾਰ ਕੇ ਕਿ ਇਹਨਾਂ ਨਾਲ ਵੀ ਵਿਚਾਰ ਚਰਚਾ ਕਰਦੇ ਆਂ। ਗੁਰੂ ਸਾਹਿਬ ਕੋਲ ਬੈਠਾ, ਮਹਾਰਾਜ ਨੇ ਸਤਿਕਾਰ ਨਾਲ ਬਿਠਾਇਆ। ਸੰਗਤਾਂ ਆਉਂਦੀਆਂ, ਮਹਾਰਾਜ ਨੂੰ ਭੇਟਾ ਰੱਖਦੀਆਂ, ਨਮਸਕਾਰ ਕਰਦੀਆਂ। ਗੁਰੂ ਸਾਹਿਬ ਜੀ ਸਭ ਤੇ ਕਿਰਪਾ ਕਰ ਰਹੇ ਆ। ਤੇ ਗੁਰੂ ਮਹਾਰਾਜ ਨੂੰ ਬੈਠਾ ਬੈਠਾ ਕਹਿੰਦਾ ਮਹਾਰਾਜ ਵੀ ਇਹ ਜਿੰਨੇ ਮੁੱਖ ਤਾਂ ਵੱਡੇ ਤਪ, ਤੀਰਥ, ਬ੍ਰਤ, ਦਾਨ ਇਤਿਆਦਿਕ ਸ਼ੁਭ ਕਰਮ ਨੇ, ਜਿਨ੍ਹਾਂ ਨਾਲ ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਤੇ ਜਿਹੜਾ ਮਨੁੱਖ ਹੈ, ਪ੍ਰਾਣੀ ਹੈ, ਇਹ ਸ਼ੁਭ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਪਰ ਤੁਹਾਡੇ ਪੰਥ ਵਿੱਚ ਐਸਾ ਕੁਝ ਨਹੀਂ ਹੈ। ਤੇ ਤੁਹਾਡੇ ਜਿਹੜੇ ਕੋਲ ਆਉਂਦੇ ਨੇ ਪਰਮ ਗਤੀ ਕਿਵੇਂ ਪਾਉਣਗੇ? ਅਗਰ ਤੁਸੀਂ ਇਹਨਾਂ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਫਿਰ ਸ਼ਾਸਤਰਾਂ ਦੇ ਮਤ ਮੁਤਾਬਕ ਇਹਨਾਂ ਨੂੰ ਉਪਦੇਸ਼ ਦੇਵੋ, ਤਾਂ ਕਿ ਇਹਨਾਂ ਦੀ ਕਲਿਆਣ ਹੋ ਸਕੇ। ਗੁਰੂ ਮਹਾਰਾਜ ਕਹਿਣ ਲੱਗੇ ਵੀ ਹੇ ਪੰਡਤ ਬੇਣੀ, ਜਿਹੜੇ ਤਪ ਇਤਿਆਦਿਕ ਮੁੱਖ ਕਰਮ ਸੀ, ਇਹ 3 ਯੁੱਗਾਂ ਦਾ ਧਰਮ ਹੈ। ਹੁਣ ਕਲਯੁਗ ਦਾ ਸਮਾਂ, ਕਲਯੁਗ ਦੇ ਸਮੇਂ ਵਿੱਚ ਸਭ ਨੂੰ ਹੀ ਇੱਥੇ ਗੁਰੂ ਨਾਨਕ ਦੇ ਮਹਾਰਾਜ ਨੇ ਤਰਨ ਦਾ ਅਧਿਕਾਰੀ ਬਣਾਤਾ। ਜਿਹੜੇ ਕਰਮ ਨੇ ਇਹ ਪਹਿਲੇ ਯੁੱਗਾਂ ਵਿੱਚ ਸੀ, ਫਿਰ ਉਹੀ ਜਿਹੜੇ ਸਮਰੱਥ ਲੋਕ ਹੁੰਦੇ ਸੀ ਅਧਿਕਾਰੀ, ਉਹੀ ਤਰ ਸਕਦੇ ਸੀ। ਅਧਿਕਾਰੀ ਦਾ ਭਾਵ ਹੈ ਕਿ ਕਿਸੇ ਕਰਮ ਨੂੰ ਕਰਨ ਦੇ ਕੋਈ ਯੋਗ ਹੋਵੇ। ਤੇ ਇਸ ਕਰਕੇ ਜਿਵੇਂ ਜੱਗ ਇਤਿਆਦਿਕ ਹੈ, ਉਹਦੇ ਅਧਿਕਾਰੀ ਅਮੀਰ ਲੋਕ ਹੀ ਹੋ ਸਕਦੇ ਆ, ਆਮ ਤਾਂ ਕਿਰਤ ਵਿਰਤ ਵਾਲਾ ਹੋ ਨਹੀਂ ਸਕਦਾ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੁਣ ਸਤਿਯੁਗ ਦਾ ਸਮਾਂ, ਬੇਣੀ ਪੰਡਤ ਉਨੀਆਂ ਭਾਈ ਉਮਰਾਂ ਵੀ ਹੈ ਨਹੀਂ, ਇਸ ਕਰਕੇ ਬਹੁਤਾ ਧਨ ਵੀ ਨਹੀਂ, ਬਲ ਵੀ ਨਹੀਂ। ਤੇ ਕਰਮ ਕਾਂਡ ਵਿੱਚ ਅਗਰ ਇਹ ਲੱਗ ਗਏ ਤਾਂ ਇਹਨਾਂ ਦੀ ਜਿਹੜੀ ਉਮਰ ਹੈ ਉਹ ਤਾਂ ਐਵੇਂ ਨੇਫਲ ਚਲੀ ਜਾਊ। ਤੇ ਇਹ ਫਿਰ ਜਿਹੜੇ ਜਾਣੂ ਲੋਕ ਨੇ ਇਹ ਕਿਵੇਂ ਪਾਰ ਹੋਣਗੇ? ਇਹ ਤਾਂ ਫਿਰ ਦੁੱਖ ਪਾਉਣਗੇ। ਬਾਕੀ ਜਿਹੜੇ ਕਰਮ ਤੂੰ ਦੱਸੇ ਐ, ਇਹ ਅਗਰ ਕਿਸੇ ਨੇ ਕਰ ਲਏ ਤੇ ਵੱਧ ਤੋਂ ਵੱਧ ਮਹਾਰਾਜ ਕਹਿੰਦੇ ਸਵਰਗ ਪ੍ਰਾਪਤ ਹੋ, ਨਹੀਂ ਕਰਦਾ ਤੁਹਾਡੇ ਮੁਤਾਬਕ ਨਰਕ ਹੈ। ਪਰ ਜਿਹੜੀ ਅਬਚਲ ਪਦਵੀ ਹੈ, ਪਰਮੇਸ਼ਰ ਨਾਲ ਮਿਲਾਪ ਦਾ ਪਦ ਹੈ, ਉਹ ਕਿਵੇਂ ਪਾਵੇਗਾ? ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹਦੇ ਵਿੱਚ ਖੇਦ ਬਹੁਤਾ ਹੈ, ਮੁਸ਼ੱਕਤ ਬਹੁਤੀ ਹੈ ਤੇ ਫਲ ਥੋੜਾ ਹੈ। ਕਲਯੁਗ ਦਾ ਜਿਹੜਾ ਸਮਾਂ ਹੈ ਨਾ, ਇਹਦੇ ਵਿੱਚ ਗੁਰੂ ਦੀ ਸੇਵਾ ਦੇ ਬਰਾਬਰ ਕੋਈ ਵੀ ਹੋਰ ਮਹਾਰਾਜ ਕਹਿੰਦੇ ਕਰਮ ਨਹੀਂ ਹੈ। ਸੇਵਾ ਤੇ ਸਿਮਰਨ, ਇਹ ਦੋ ਨੇ ਜਿਹੜੇ ਭੁਗਤੀ ਮੁਕਤੀ ਬਖਸ਼ਣ ਵਾਲੇ ਨੇ। ਜਿਹੜਾ ਸਿਮਰਨ ਹੈ, ਇਹਦੇ ਵਰਗੀ ਕੋਈ ਸੰਸਾਰ ਵਿੱਚ ਵਡਿਆਈ ਨਹੀਂ। ਤੇ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਬੇਣੀ ਭਗਤ ਹੈ ਪੰਡਤ ਬੇਣੀ, ਕੋਈ ਪ੍ਰਾਣੀ ਮੁਕਤੀ ਨਹੀਂ ਪਾ ਸਕਦਾ। ਜਿਹੜੇ ਇਹ ਕਰਮ ਕਾਂਡ ਹਨ, ਇਹ ਤਾਂ ਇਉਂ ਹੈ ਜਿਵੇਂ ਕੋਈ ਰੇਤੇ ਨੂੰ ਪੀੜੇ ਤੇ ਉਹਦੇ ਵਿੱਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰੇ। ਇਹ ਮਹਾਰਾਜ ਕਹਿੰਦੇ ਤਪ ਬ੍ਰਤ ਇਤਿਆਦਿਕ ਫੋਕਟ ਕਰਮ ਨਾਮ ਤੋਂ ਬਿਨਾਂ, ਜਿਵੇਂ ਵਿੱਚ ਤੇਲ ਹੋਵੇ ਹੀ ਨਾ ਤੇ ਤੇਲ ਬਿਨਾਂ ਬਾਕੀ ਫੋਕ ਹੈ ਨਾ। ਜਿਵੇਂ ਹੁਣ ਆਪਾਂ ਤਿਲ ਹੈ, ਸਰੋਂ ਹੈ, ਉਹਦੇ ਵਿੱਚੋਂ ਤੇਲ ਕੱਢ ਲਿਆ ਜਾਂਦਾ ਤੇ ਫਿਰ ਉਹ ਪਿੱਛੇ ਕੀ ਰਹਿ ਜਾਂਦਾ? ਖੁਸ਼ਕ ਫੋਕ ਰਹਿ ਜਾਂਦੀ ਹੈ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਜੇ ਗੁਰਮੁਖੋ ਆਪਾਂ ਕੋਈ ਵੀ ਕਰਮ ਕਰਦੇ ਆਂ, ਸਿਮਰਨ ਤੋਂ ਬਿਨਾਂ, ਫਿਰ ਉਹ ਇੱਕ ਤਰ੍ਹਾਂ ਨਾਲ ਇਉਂ ਨੇ ਉਹ ਕਰਮ ਜਿਵੇਂ ਕਰਮ ਤਾਂ ਹੈਗੇ ਆ ਪਰ ਉਹਦੇ ਵਿੱਚ ਤੇਲ ਹੈ ਨਹੀਂ। ਰੇਤੇ ਨੂੰ ਕੋਈ ਪੀੜ ਕੇ ਤੇਲ ਨਹੀਂ ਕੱਢ ਸਕਦਾ। ਕਰਮ ਕੋਈ ਵੀ ਹੈ, ਨਾਮ ਸਤਸੰਗ ਨਾਮ ਜਪਣਾ, ਜਿਹੜਾ ਕਿਉਂਕਿ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ, ਇਹਦੇ ਵਿੱਚ ਕਰਮਾਂ ਸਿਰ ਕਰਮ ਹੈ। ਸਤਸੰਗ ਕਰਨੀ ਤੇ ਪਰਮੇਸ਼ਰ ਦਾ ਨਾਮ ਜਪਣਾ, ਇਹ ਸਿਰ ਕਰਮਨ ਸਿਰ ਕਰਮਾ ਹੈ। ਸਾਧ ਸੰਗਤ ਕਰਨੀ ਹੈ ਸਤਿਗੁਰੂ ਦੀ, ਪਰਮੇਸ਼ਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ,
ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਪਰਮੇਸ਼ਰ ਦੀ ਕੀਰਤੀ ਤੇ ਸਾਸੰਗ ਗੁਰੂ ਦੀ, ਇਹ ਭਾਈ ਪਿਛਲੇ ਅਤੀ ਸ਼ੁਭ ਕਰਮਾਂ ਤੋਂ ਬਿਨਾ, ਭਾਗਾਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ। ਤੋ ਮਹਾਰਾਜ ਕਹਿਣ ਲੱਗੇ ਸਿਮਰਨ ਜਿਹੜਾ ਹੈ ਨਾਮ, ਇਹ ਅੰਦਰ ਦੇ ਹੰਕਾਰ ਨੂੰ ਨਾਸ਼ ਕਰਦਾ ਹੈ। ਹੰਕਾਰ ਇਹ ਲਾ ਜਾਣ ਲੈ ਬੇਣੀ ਪੰਡਤ ਭਾਈ, ਸਾਰੇ ਦੋਸ਼ਾਂ ਦਾ ਮੂਲ ਹੈ। ਮੂਲ ਕਹਿੰਦੇ ਨੇ ਜੜ ਨੂੰ। ਤੋ ਜਿਹੜੀ ਤੇਰੀ ਵਿਦਿਆ ਹੈ ਨਾ, ਇਹ ਇਉਂ ਹੈ ਕਿ ਜਿਵੇਂ ਕੋਈ ਮਿਸਾਲ ਹੱਥ ਵਿੱਚ ਫੜ ਲਈ, ਇਹਦੇ ਨਾਲ ਚਾਹੀਦਾ ਤੇ ਸੀ ਦੂਜਿਆਂ ਨੂੰ ਪ੍ਰਕਾਸ਼ ਕਰਦਾ, ਪਰ ਇਹ ਤਾਂ ਇਉਂ ਹੈ ਕਿ ਹੁਣ ਗਿਆਨ ਕੱਲਾ ਸੁੱਕਾ ਗਿਆਨ ਹੈ। ਤੁਮ ਵਿਦਿਆ ਪਠ ਗਹੀ ਮਿਸਾਲ, ਆਪਨਨ ਕਰੋ ਪ੍ਰਕਾਸ਼ ਵਿਸਾਲ। ਗਿਆਨ ਹੋਰ ਨੂੰ ਸਿਖਾਤਾ। ਕਈ ਵਾਰ ਹੁੰਦਾ ਹੈ ਨਾ, ਹੱਥ ਵਿੱਚ ਕੋਈ ਦੀਵਾ ਫੜ ਲਓ, ਉਹ ਹੁਣ ਆਪਦੇ ਅੱਖਾਂ ਮੂਹਰੇ ਹਨੇਰਾ ਜਾ ਜਾਂਦਾ, ਦੂਜੇ ਨੂੰ ਤਾਂ ਪ੍ਰਕਾਸ਼ ਦਿਸੂ। ਆਪ ਅੰਧੇਰੇ ਮਹਿ ਗਿਰ ਪਰੋ, ਔਰ ਨ ਕਹੋ ਜਗਤ ਤੁਮ ਤਰੋ। ਤੇ ਜੇ ਗਿਆਨ ਦਾ ਹੰਕਾਰ ਹੋ ਗਿਆ ਤਾਂ ਗਿਆਨਤਾ ਹੀ ਪੈਦਾ ਹੋਊ ਅੰਦਰ। ਨਾਮ ਤੋਂ ਬਿਨਾ ਜਿਹੜਾ ਗਿਆਨ ਵੀ ਹੈ, ਉਹ ਵਿਦਿਆ ਵੀ ਹੈ, ਕੱਲ ਵਿਚਾਰਿਆ ਸੀ, ਬੇਖਰੂ ਬਣ ਜਾਂਦੀ ਹੈ। ਤੇ ਜਿਹੜਾ ਭਾਈ ਆਪ ਡਿੱਗ ਪਏ ਟੋਏ ਵਿੱਚ, ਉਹ ਦੂਜਿਆਂ ਨੂੰ ਕਿਵੇਂ ਤਾਰ ਸਕਦਾ ਹੈ? ਇਹ ਜਿਹੜਾ ਹਿਰਦੇ ਵਿੱਚ ਹੰਕਾਰ ਹੈ, ਇਹ ਡੋਬ ਦੇਵੇਗਾ। ਤੇ ਗੁਰੂ ਸਾਹਿਬ ਨੇ ਐਸੇ ਜਦੋਂ ਉਪਦੇਸ਼ ਦਿੱਤਾ, ਪੰਡਤ ਬੇਣੀ ਵਿਚਾਰ ਗਿਆ ਵੀ ਹਾਂ, ਵਿਦਿਆ ਵਿੱਚ ਮੇਰੇ ਅੰਦਰ ਹੰਕਾਰ ਪੈਦਾ ਹੋ ਗਿਆ, ਤੇ ਨਿਰਹੰਕਾਰੀ ਪਰਮ ਪਦ ਨੂੰ ਪਾ ਸਕਦਾ ਹੈ। ਤੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਵਿਦਿਆ ਮੈਂ ਬਹੁਤ ਪੜ੍ਹ ਲਈ, ਖਟ ਕਰਮ ਮੈਂ ਕਰਦਾ, ਮਿਥਿਆ ਚਰਚਾ ਬਥੇਰੀ ਕਰਕੇ ਅਭਿਮਾਨੀ ਬਣ ਗਿਆ। ਆਪ ਹੁਣ ਮੇਰੇ ਤੇ ਮਿਹਰ ਕਰੋ, ਮੈਨੂੰ ਉਪਦੇਸ਼ ਦੇਵੋ, ਮੇਰੇ ਅੰਦਰ ਦੇ ਕਲੇਸ਼ ਕੱਟੇ ਜਾਣ। ਬੇਨੀ ਕੀ ਬਿਨਤੀ ਸੁਨ ਸਰੋਨ, ਬੋਲੇ ਸਤਿਗੁਰ ਕਰਨਾ ਭੌਨ। ਜਿਸ ਤੇ ਮਨ ਵਿਕਾਰ ਕਰਨਾਸ਼, ਹੋਇ ਵਿਸਾਲ ਸ਼ੁਭ ਹਿਰਦੈ ਪ੍ਰਕਾਸ਼। ਫਿਰ ਮਹਾਰਾਜ ਨੇ ਇੱਕ ਸ਼ਬਦ ਉਚਾਰਨ ਕਰਕੇ ਕੋਈ ਪ੍ਰਸ਼ਨ ਨਾਲ ਕੀਤੇ, ਵਿੱਚ ਹੀ ਤੇ ਉੱਤਰ ਵੀ ਦਿੱਤੇ ਮਲਾਰ ਰਾਗ ਦੇ ਵਿੱਚ। ਆਓ ਉਥੋਂ ਆਪਾਂ ਕਥਾ ਜਿਹੜੀ ਹੈ ਕਿ ਮਹਾਰਾਜ ਕੀ ਉਪਦੇਸ਼ ਬਾਣੀ ਦੁਆਰਾ ਉਸ ਨੂੰ ਦੇ ਰਹੇ ਹੈ, ਇਹ ਸਾਰਿਆਂ ਲਈ ਉਪਦੇਸ਼ ਹੈ। ਪ੍ਰੇਮ ਸਤਿਕਾਰ ਨਾਲ ਲੜੀ ਤਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਮੁਖ ਵਾਕ ਰਾਗ ਮਲਾਰ ਮਹੱਲਾ ਤੀਜਾ। ਮਲਾਰ ਰਾਗ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇੱਥੇ ਸਿਰਫ ਨਾਲ ਦੱਸਣ ਵਾਸਤੇ ਰਾਗ ਲਾਤਾ, ਰਾਗ ਲਿਖ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਮਲਾਰ ਮਹੱਲਾ ਤੀਜਾ, ਤੇ ਨਾਲ ਫਿਰ ਸਿਰਲੇਖ ਹੈ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਲਾਰ ਰਾਗ ਤੀਜੇ ਪਾਤਸ਼ਾਹ ਦਾ ਸ਼ਬਦ ਦੂਜੇ ਸੁਰਤਾਲ ਦੇ ਵਿੱਚ ਗਾਇਨ ਕਰਕੇ ਉਚਾਰਨ ਕੀਤਾ ਹੈ। ਇੱਕ ਜੋ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਸਭ ਦਾ ਜੋ ਪ੍ਰਕਾਸ਼ਿਕ ਹੈ, ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਜੀ ਉਪਦੇਸ਼ ਦੇ ਰਹੇ ਹਨ, ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ। ਮਹਾਰਾਜ ਕਹਿੰਦੇ, ਹੇ ਪੰਡਤ, ਪਹਿਲਾਂ ਤਾਂ ਸਵਾਲ ਇਹ ਹੈ ਕਿ ਦਾਸਾ ਜਿਹੜਾ ਮਨ ਹੈ, ਇਹ ਗ੍ਰਸਤੀ ਹੈ ਕਿ ਜਾਂ ਇਹ ਮਨ ਜਿਹੜਾ ਹੈ ਉਦਾਸੀ ਹੈ, ਵਿਰਾਗੀ ਹੈ, ਕਿ ਇਹੋ ਮਨ ਅਵਰਨ ਸਦਾ ਅਵਿਨਾਸੀ। ਕਿ ਇਹੋ ਮਨ ਅਵਰਨ, ਜਾਂ ਫਿਰ ਇਹ ਦੱਸ ਵੀ ਇਹ ਜਿਹੜਾ ਮਨ ਹੈ, ਮਹਾਰਾਜ ਕਹਿੰਦੇ ਹੈ ਬੇਣੀ ਪੰਡਤ ਇਹ ਦੱਸ ਅਵਰਨ, ਭਾਵ ਅਵਰਨ ਦੇ ਪਰਦਾ, ਵਰਨ ਕਹਿੰਦੇ ਨੇ ਅਗਿਆਨ ਸਹਿਤ, ਵੀ ਉਸ ਪਰਦੇ ਨਾਲ ਢਕਿਆ ਹੋਇਆ, ਜਾਂ ਫਿਰ ਸਦਾ ਅਵਿਨਾਸੀ, ਜਾਂ ਇਹ ਮਨ ਜਿਹੜਾ ਹੈ ਹਮੇਸ਼ਾ
ਅਬਨਾਸ਼ੀ ਦਾ ਰੂਪ ਹੈ, ਨਾਸ਼ ਤੋਂ ਰਹਿਤ ਹੈ। ਕਿ ਇਹੋ ਮਨ ਚੰਚਲ, ਕਿ ਇਹੋ ਮਨ ਬੈਰਾਗੀ। ਸਵਾਲ ਅੱਗੇ, ਜੇ ਦੱਸ ਬੇਣੀ ਪੰਡਤ, ਇਹ ਮਨ ਚੰਚਲ ਹੈ, ਸਦਾ ਚਲ ਚਲ ਚੰਚਲਤਾਈ ਵਾਲਾ ਹੈ, ਕਿ ਇਹ ਮਨ ਬੈਰਾਗੀ, ਜਾਂ ਇਹ ਜਿਹੜਾ ਮਨ ਹੈ ਬਰਾਗੀ ਹੈ, ਬਰਾਗਵਾਨ ਹੈ। ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਮਹਾਰਾਜ ਕਹਿੰਦੇ ਪੰਡਤੇ ਦੱਸ ਵੀ ਇਹ ਜਿਹੜਾ ਮਨ ਹੈ, ਇਹਨੂੰ ਜਿਹੜੀ ਮਾਇਆ ਮਮਤਾ ਇਹ ਕਿੱਥੋਂ ਲੱਗੀ। ਹੁਣ ਪੰਡਤ ਨੂੰ ਮਹਾਰਾਜ ਨੇ ਪ੍ਰਸ਼ਨਾਂ ਦੇ ਉੱਤਰ ਪੁੱਛੇ, ਪਰ ਉਹ ਹੁਣ ਕਿੱਥੋਂ ਦੇ ਸਕਦਾ। ਉਹ ਤਾਂ ਹੁਣ ਵੇਦ ਸ਼ਾਸਤਰਾਂ ਦੀ ਚਰਚਾ ਤੇ ਕਰਦਾ ਸੀ, ਮਹਾਰਾਜ ਨੇ ਮਨ ਦੀ ਗੱਲ ਛੇੜਤੀ ਤੇ ਗੁਰੂ ਸਾਹਿਬ ਨੇ ਫਿਰ ਭਾਈ ਇਹ ਉਪਦੇਸ਼ ਦਿੱਤਾ, ਇਹਦੇ ਵਿੱਚ ਹੀ ਦੱਸਤਾ। ਇੰਨਾ ਹੀ ਤੁਕਾਂ ਦੇ ਵਿੱਚ ਮਹਾਰਾਜ ਕਹਿੰਦੇ ਵੀ ਇਹੋ ਮਨ ਗਿਰਹੀ, ਕਿ ਇਹੋ ਮਨ ਉਦਾਸੀ ਪੰਡਤ। ਇਹ ਜਿਹੜਾ ਮਨ ਹੈ ਨਾ, ਇਹ ਜਦੋਂ ਤਾਂ ਗ੍ਰਸਤੀਆਂ ਦੇ ਵਿਹਾਰਾਂ 'ਚ ਪੈ ਜਾਂਦਾ ਹੈ, ਗ੍ਰਸਤੀ ਵਿਹਾਰ ਵਿੱਚ ਉਦੋਂ ਗ੍ਰਸਤੀ ਬਣ ਜਾਂਦਾ ਹੈ। ਜਾਂ ਕਹੀਏ ਵੀ ਇਹ ਮਨ ਜਦੋਂ ਗ੍ਰਸਤੀਆਂ ਦੀ ਸੰਗਤ ਕਰਦਾ ਤਾਂ ਗ੍ਰਸਤੀ ਕਹਾਉਂਦਾ ਹੈ, ਕਿ ਇਹੋ ਮਨ ਉਦਾਸੀ। ਇਹੀ ਮਨ ਉਦਾਸੀ ਵੀ ਹੋ ਜਾਂਦਾ ਜਦੋਂ ਉਦਾਸੀਆਂ ਦੀ ਸੰਗਤ ਕਰਦਾ, ਉਦੋਂ ਉਦਾਸੀਨ ਕਹਾਉਂਦਾ ਹੈ। ਫਿਰ ਕਿ ਇਹੋ ਮਨ ਅਵਰਨ ਸਦਾ ਵਿਨਾਸੀ। ਮਹਾਰਾਜ ਕਹਿੰਦੇ ਜਾਣ ਲੈ, ਫਿਰ ਇਹ ਜਿਹੜਾ ਮਨ ਹੈ ਨਾ, ਇਹ ਜਦੋਂ ਅਵਰਨ ਦੇ ਪਰਦੇ ਨਾਲ ਢਕਿਆ ਜਾਂਦਾ ਹੈ, ਅਗਿਆਨਤਾ ਦੇ ਪਰਦੇ ਨਾਲ, ਫਿਰ ਇਹੀ ਮਨ ਅਗਿਆਨੀ ਕਹਾਉਂਦਾ ਹੈ। ਅਵਰਨ ਪਰਦੇ ਨਾਲ ਢਕਿਆ ਹੋਇਆ ਕਰਕੇ ਉਹ ਜਾਂ ਫਿਰ ਅਗਿਆਨੀਆਂ ਦੀ ਸੰਗਤ ਜਦੋਂ ਕਰ ਲੈਂਦਾ ਹੈ ਵਰਨੀਆਂ, ਤਾਂ ਉਹ ਅਵਰਨ ਕਹਾਉਂਦਾ ਉਦੋਂ। ਸਦਾ ਅਵਿਨਾਸੀ। ਮਹਾਰਾਜ ਕਹਿੰਦੇ ਜਦੋਂ ਇਹ ਜਿਹੜਾ ਮਨ ਹੈ ਗੁਰੂ ਦੀ ਸੰਗਤ ਕਰਦਾ ਹੈ ਤੇ ਗੁਰੂ ਤੋਂ ਅਵਿਨਾਸ਼ੀ ਬ੍ਰਹਮ ਦਾ ਗਿਆਨ ਪਾ ਲੈਂਦਾ, ਜਿਹੜਾ ਨਾਸ਼ ਰਹਿਤ ਪਰਮੇਸ਼ਰ ਹੈ, ਤਾਂ ਫਿਰ ਇਹ ਹਮੇਸ਼ਾ ਵਾਸਤੇ ਅਵਿਨਾਸ਼ੀ ਬ੍ਰਹਮ ਦਾ ਸਰੂਪ ਹੋ ਜਾਂਦਾ ਹੈ। ਦੇਖੋ ਇਹ ਜਿਹੜੀਆਂ ਪੰਗਤੀਆਂ ਨੇ ਨਾ, ਇਹਨਾਂ ਦੇ ਵਿੱਚ ਹੀ ਪ੍ਰਸ਼ਨ ਹੈ ਤੇ ਵਿੱਚ ਹੀ ਉੱਤਰ ਵੀ ਹੈ। ਫਿਰ ਮਹਾਰਾਜ ਕਹਿੰਦੇ ਕਿ ਇਹੋ ਮਨ ਚੰਚਲ, ਕਿ ਇਹੋ ਮਨ ਬੈਰਾਗੀ। ਦੇਖੋ ਇਹ ਜਿਹੜਾ ਮਨ ਹੈ, ਜਦੋਂ ਚੰਚਲ ਲੋਕਾਂ ਦੀ ਸੰਗਤ ਕਰੇਗਾ ਤਾਂ ਚੰਚਲ ਬਣ ਜੂ। ਜਦੋਂ ਵਿਰਾਗੀਆਂ ਦੀ, ਗੁਰਮੁਖਾਂ ਦੀ, ਵਿਰਾਗਵਾਨਾਂ ਦੀ ਸੰਗਤ ਚ ਆਜੂ, ਫਿਰ ਵਿਰਾਗੀ ਹੋ ਜਾਂਦਾ ਹੈ। ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹ ਪੰਡਤ ਵੀ ਇਹ ਜਿਹੜੀ ਮਨ ਨੂੰ ਮੇਰ ਮਮਤਾ ਹੈ, ਇਹ ਕਿੱਥੋਂ ਲੱਗੀ ਹੈ। ਪੰਡਤ ਇਸ ਮਨ ਕਾ ਕਰੋ ਵਿਚਾਰ। ਹੇ ਪੰਡਤ, ਐ ਵਿਦਵਾਨ ਭਾਈ, ਤੂੰ ਹੁਣ ਇਸ ਮਨ ਦਾ ਵਿਚਾਰ ਕਰਕੇ ਮਨ ਵਸ ਕਿਵੇਂ ਆਵੇ, ਮਨ ਨੂੰ ਕਿਵੇਂ ਕਾਬੂ ਕਰੀਏ। ਆਵਰ ਕੇ ਬਹੁਤਾ ਪੜ੍ਹੇ, ਉਠਾਵਹਿ ਭਾਰ ਰਹਾਉ। ਬਾਕੀ ਤਾਂ ਹੋਰ ਜੇ ਹੁਣ ਮਨ ਹੀ ਮਨ ਨੂੰ ਵਸ ਕਰਨਾ ਨਹੀਂ ਜਾਣਿਆ, ਮਹਾਰਾਜ ਕਹਿੰਦੇ ਆਵਰ ਕੇ ਬਹੁਤਾ ਪੜ੍ਹੇ। ਹੋਰ ਤੂੰ ਬਹੁਤ ਵੇਦ ਪੜ੍ਹ ਲਏ, ਸ਼ਾਸਤਰ ਪੜ੍ਹ ਲਏ, ਵਿਆਕਰਨ ਦਾ ਜਿਹੜੇ ਵਿਆਕਰਨ ਗਿਆਨ ਹਾਸਲ ਕਰ ਲਿਆ, ਫਿਰ ਕੀ ਹੋਇਆ। ਉਠਾਵਹਿ ਭਾਰ, ਸਗੋਂ ਬਹੁਤ ਹੰਕਾਰ ਦਾ ਭਾਰ ਜਿਹੜਾ ਸਿਰ ਤੇ ਚੁੱਕ ਲਿਆ। ਇਹ ਹੁਣ ਦੱਸ ਵੀ ਇਹਨੂੰ ਜਿਹੜੀ ਮੇਰ ਤੇਰ ਹੈ, ਇਹ ਪ੍ਰਸ਼ਨ ਮਹਾਰਾਜ ਨੇ ਕੀਤਾ ਸੀ ਨਾ। ਪੰਡਤ ਇਸ ਮਨ ਕਾ ਕਰੋ ਵਿਚਾਰ। ਇਹਦੇ ਮਨ ਦਾ ਵਿਚਾਰ ਕਰ, ਇਹਨੂੰ ਮਾਇਆ ਕਿੱਥੋਂ ਮਮਤਾ ਲੱਗੀ ਹੈ। ਹੁਣ ਉੱਤਰ ਰੂਪ ਵਿੱਚ ਦੱਸ ਰਹੇ ਹਨ ਰਹਾਉ ਦੇ ਪੰਗਤੀ ਤੋਂ ਬਾਅਦ। ਮਾਇਆ ਮਮਤਾ ਕਰਤੈ ਲਾਈ। ਐ ਬੇਣੀ ਪੰਡਤ, ਇਹ ਜਿਹੜਾ ਮਨ ਹੈ ਨਾ, ਇਸ ਨੂੰ ਜਿਹੜੀ ਮਮਤਾ ਹੈ, ਮੇਰ ਹੈ, ਮਾਇਆ ਦੀ ਮਮਤਾ, ਕਰਤੈ ਲਾਈ, ਇਹਨੂੰ ਪਰਖ ਚ ਪਾਤਾ, ਇੱਕ ਸਵੱਟੀ ਲਾਤੀ
ਪਰਮੇਸ਼ਰ ਨੇ ਇਹ ਮਾਇਆ ਦੀ ਮਮਤਾ ਲਾਈ ਹੈ। ਇਹ ਵੇਖ ਕੇ ਜਿਵੇਂ ਖਿਡਾਰੀ ਨੂੰ ਛੱਡਤਾ ਨਾ ਮੈਦਾਨ ਵਿੱਚ, ਇਹਦਾ ਦੇਖ ਕਿਵੇਂ ਜਿੱਤਦਾ, ਉਸ ਕਰ ਇਸੇ ਤਰ੍ਹਾਂ ਇਹਨੂੰ ਮਨ ਨੂੰ ਹੁਣ ਚਾਰੇ ਪਾਸਿਓਂ ਲਾਤਾ, ਮਮਤਾ ਵੀ ਲਾਤੀ ਤੇ ਨਾਲ ਕਹਿਤਾ ਮੇਰੇ ਮਿਲਣ ਦਾ ਆਹ ਰਸਤਾ ਹੈ, ਦੇਖਦੇ ਆ ਤੂੰ ਕਿਵੇਂ ਮਿਲਦਾ ਹੈ, ਮੇਰੇ ਨਾਲ ਜੁੜਦਾ ਹੈ ਜਾਂ ਮਾਇਆ 'ਚ ਫਸਦਾ ਹੈ। ਇਹੋ ਹੁਕਮ ਕਰ ਸ੍ਰਿਸ਼ਟ ਉਪਾਈ। ਵਾਹਿਗੁਰੂ ਪਰਮੇਸ਼ਰ ਨੇ ਹੀ ਇਹ ਹੁਕਮ ਕੀਤਾ, ਹੁਕਮ ਕਰਕੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਮਨ ਦੇ ਉੱਤੇ ਜਾਂ ਕਹੀਏ ਕਾਲ ਦਾ ਹੁਕਮ। ਹੁਣ ਇਸ ਫੇਰ ਕਾਲ ਦੇ ਹੁਕਮ ਵਿੱਚ ਹੀ ਹੈ ਨਾ ਸਰੀਰ ਉਤਪਤ ਹੁੰਦਾ ਹੈ, ਸਰੀਰ ਨਾਸ਼ ਹੁੰਦਾ ਹੈ। ਕਿਉਂ ਵਾਹਿਗੁਰੂ ਨੇ ਸ੍ਰਿਸ਼ਟੀ ਪੈਦਾ ਕਰ ਦਿੱਤੀ। ਗੁਰ ਪ੍ਰਸਾਦੀ ਬੂਝੋ ਭਾਈ। ਮਹਾਰਾਜ ਕਹਿੰਦੇ ਹੈ ਭਾਈ ਇਹ ਸਮਝ ਆਊਗੀ ਜਦੋਂ ਗੁਰੂ ਦੀ ਕਿਰਪਾ ਹੋਵੇ। ਪੰਡਤ ਬੇਣੀ ਸਤਿਗੁਰੂ ਦੀ ਕਿਰਪਾ ਨਾਲ ਹੀ ਇਸ ਗੱਲ ਨੂੰ ਸਮਝਣਾ ਪੈਂਦਾ ਹੈ। ਇਹ ਬਾਤ ਸਮਝ ਕਿਵੇਂ ਹੀ ਸਦਾ ਰਹੋ ਹਰ ਕੀ ਸਰਣਾਈ। ਤੇ ਗੁਰੂ ਫਿਰ ਦੱਸਦਾ ਭਾਈ ਮਾਇਆ ਦੀ ਮਮਤਾ ਤੋਂ ਬਚਣ ਵਾਸਤੇ ਹੈ ਮਨ ਸਦਾ ਰਹੋ ਹਰ ਕੀ ਸਰਣਾਈ। ਹਮੇਸ਼ਾ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਓਟ ਆਸਰੇ ਵਿੱਚ ਤੂੰ ਰਿਹਾ ਕਰ। ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ। ਫਿਰ ਮਹਾਰਾਜ ਕਹਿੰਦੇ ਵੀ ਹੁਣ ਦੇਖੋ ਪੰਡਿਤ ਵਿਦਵਾਨ ਤਾਂ ਕਹੋਨੇ, ਪੰਡਿਤ ਇੱਕ ਉਪਾਧੀ ਹੈ। ਬ੍ਰਾਹਮਣ ਇੱਕ ਗੁਰਮੁਖੋ ਜਿਵੇਂ ਚਾਰ ਵਰਨ ਨੇ, ਇੱਕ ਵਰਨ ਹੈ ਬ੍ਰਾਹਮਣ, ਤੇ ਅੱਗੇ ਬ੍ਰਾਹਮਣਾਂ ਵਿੱਚ ਵੱਖ-ਵੱਖ ਜਾਤਾਂ। ਤੇ ਜਿਹੜਾ ਪੰਡਤ ਸ਼ਬਦ ਹੈ ਨਾ, ਪੰਡਤ ਅਸਲ ਵਿੱਚ ਵਿਦਵਾਨ ਨੂੰ ਕਿਹਾ। ਬਹੁਤ ਗੁਰਸਿੱਖਾਂ ਨਾਲ ਵੀ ਪੰਡਤ ਸ਼ਬਦ ਲੱਗਿਆ, ਜਿਨ੍ਹਾਂ ਨੇ ਜਿਹੜੇ ਮਹਾਨ ਵਿਦਵਾਨ ਸੀ ਉਹਨਾਂ ਨਾਲ ਪੰਡਤ, ਉਹਨਾਂ ਨੂੰ ਵੀ ਪੰਡਤ ਸ਼ਬਦ ਵਰਤਿਆ ਉਹਨਾਂ ਨੇ। ਸਾਹਿਬ ਜੀ ਕਹਿੰਦੇ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ। ਹੈ ਬੇਣੀ ਪੰਡਤ ਹੈ ਵਿਦਵਾਨ। ਅਸਲ ਪੰਡਤ ਅਸਲ ਵਿਦਵਾਨ ਉਹ ਹੈ ਜਿਹੜਾ ਤ੍ਰੈ ਗੁਣਾਂ ਦੀ ਪੰਡ ਉਤਾਰ ਦੇਵੇ। ਰਜੋ ਤਮੋ ਸਤੋ ਗੁਣੇ ਜਿਹੜੀ ਬਿਰਤੀ ਰੂਪ ਹੈ ਨਾ, ਇਹ ਇੱਕ ਗੰਢੜੀ ਹੈ, ਇਹਨਾਂ ਗੁਣਾਂ ਦੀ ਪੰਡ ਚੱਕੀ ਫਿਰਦਾ। ਇਹਨੂੰ ਅੰਤਸ਼ਕਰਨ ਵਿੱਚੋਂ ਦੂਰ ਕਰਨਾ। ਅੰਤਸ਼ਕਰਨ ਇੱਕ ਸਿਰ ਹੈ। ਮਹਾਰਾਜ ਕਹਿੰਦੇ ਇਹਦੇ ਵਿੱਚੋਂ ਜੋ ਲਾਹ ਦਿੰਦਾ ਹੈ ਨਾ, ਤਿੰਨ ਗੁਣਾਂ ਦਾ ਇਹ ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ, ਬੋਝ ਨੂੰ ਲਾਹ ਦਿੰਦਾ ਹੈ, ਉਹ ਅਸਲ ਵਿੱਚ ਪੰਡਤ ਹੈ। ਆਨ ਦਿਨ ਏਕੋ ਨਾਮ ਵਖਾਣੈ। ਤੇ ਦਿਨ ਰਾਤ ਫਿਰ ਉਹ ਜਦੋਂ ਤ੍ਰੈ ਗੁਣਾਂ ਤੋਂ ਉੱਪਰ ਉੱਠ ਗਿਆ, ਇੱਕ ਦਵੈ ਸਰੂਪ ਬ੍ਰਹਮ ਦੇ ਨਾਮ ਦਾ ਹੀ ਵਿਖਿਆਨ ਕਰਦਾ ਹੈ, ਜਪਦਾ ਹੈ। ਸਤਿਗੁਰ ਕੀ ਉਹ ਦੀਖਿਆ ਲੇ। ਐਸਾ ਜਿਹੜਾ ਫਿਰ ਵਿਦਵਾਨ ਪੰਡਤ ਜਿਹੜਾ ਤ੍ਰੈ ਗੁਣਾਂ ਤੋਂ ਉੱਪਰ ਉੱਠ ਗਿਆ, ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹ ਫਿਰ ਸਤਿਗੁਰੂ ਦੀ ਦੀਖਿਆ ਲੈ ਲੈਂਦਾ। ਉਹ ਅਧਿਕਾਰੀ ਬਣ ਜਾਂਦਾ ਗੁਰੂ ਦਾ ਉਪਦੇਸ਼ ਲੈਣ ਦਾ। ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਇਹ ਵੀ ਗੁਰਮੁਖੋ ਅਧਿਕਾਰੀ ਪੁਰਸ਼ ਨੂੰ ਪ੍ਰਾਪਤ ਹੁੰਦਾ। ਅਧਿਕਾਰੀ ਬਣਨਾ ਪੈਂਦਾ ਤੇ ਅਧਿਕਾਰੀ ਬਣ ਕੇ ਫਿਰ ਦੀਖਿਆ ਸਿੱਖਿਆ ਲੈਂਦਾ ਹੈ। ਸਤਿਗੁਰ ਆਗੈ ਸੀਸ ਧਰੇ। ਮਹਾਰਾਜ ਕਹਿੰਦੇ ਬੇਣੀ ਪੰਡਤ ਐਸਾ ਜਿਹੜਾ ਵਿਦਵਾਨ ਹੈ ਜੋ ਉਹਨੇ ਗੁਰੂ ਦੀ ਸਿੱਖਿਆ ਲੈ ਲਈ, ਫਿਰ ਉਹ ਆਪਣਾ ਸਿਰ ਗੁਰੂ ਦੇ ਅੱਗੇ ਧਰ ਦਿੰਦਾ ਹੈ, ਭਾਵ ਆਪਣਾ ਹੰਕਾਰ ਖਤਮ ਕਰ ਦਿੰਦਾ। ਗੁਰੂ ਅੱਗੇ ਹੰਕਾਰ ਇੱਕ ਤਰ੍ਹਾਂ ਨਾਲ ਭੇਟਾ ਹੀ ਧਰਤਾ ਤੇ ਨਿਰਮਾਣਤਾ ਨੂੰ ਪੱਲੇ ਬੰਨ੍ਹ ਲੈਂਦਾ ਹੈ। ਸਦਾ ਅਲੱਗ ਰਹਿ ਨਿਰਵਾਣ। ਤੇ ਹਮੇਸ਼ਾ ਹੀ ਫਿਰ ਉਹ ਅਲੱਗ ਰਹਿੰਦਾ ਸੰਸਾਰੀ ਬਿਰਤੀ ਸੁਰਤੀ ਜਾਂ ਸਰੀਰਕ ਸੁਭਾਵਾਂ ਤੋਂ। ਫਿਰ ਉਹ ਅਲੱਗ ਵੱਖਰਾ ਹੋ ਕੇ ਜਿਹੜਾ ਹੈ ਰਹਿ ਨਿਰਵਾਣ, ਹਮੇਸ਼ਾ ਅਡੋਲ ਰਹਿੰਦਾ, ਨਿਰਵਾਣ ਬੰਧਨਾਂ ਤੋਂ ਰਹਿਤ ਰਹਿੰਦਾ,
ਆਪਣੇ ਆਪ ਨੂੰ ਨਾ ਕਰਤਾ। ਹੁਣ ਜਿਵੇਂ ਆਪਾਂ ਕਹਿੰਦੇ ਮੈਂ ਆ ਕਰ ਰਿਹਾ, ਮੈਂ ਆ ਚੀਜ਼ ਭੋਗ ਰਿਹਾ, ਹੰਗਤਾ ਮਮਤਾ, ਇਹ ਤੋਂ ਭਾਈ ਇਹੋ ਜਿਹੇ ਬੰਧਨ ਹਨ, ਇਹਨਾਂ ਨੂੰ ਬੰਧਨ ਕਿਹਾ ਹੈ। ਇਹ ਤੋਂ ਨਿਰਵਾਣ ਅਡੋਲ ਬੰਧਨ ਤੋਂ ਰਹਿਤ ਰਹਿੰਦਾ ਹੈ। ਸੋ ਪੰਡਤ ਦਰਗਾਹ ਪਰਵਾਨ। ਉਹ ਜਿਹੜਾ ਪੰਡਤ ਹੈ ਨਾ, ਮਹਾਰਾਜ ਕਹਿੰਦੇ ਐਸਾ ਵਿਦਵਾਨ ਪੰਡਤ ਬੇਣੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਮਾਣ ਹੋ ਜਾਂਦਾ ਹੈ। ਸਭਨਾ ਮਹਿ ਏਕੋ ਏਕ ਵਖਾਣੈ। ਤੇ ਐਸੀ ਕਿਰਪਾ ਹੁੰਦੀ ਹੈ ਫਿਰ ਜਦੋਂ ਪ੍ਰਵਾਨ ਹੋ ਗਿਆ, ਫਿਰ ਉਹਦੀ ਸੁਰਤੀ ਵਿੱਚ ਕੋਈ ਦੁਐਤ ਭਾਵ ਨਹੀਂ ਰਹਿੰਦਾ। ਉਹ ਸਾਰਿਆਂ ਦੇ ਵਿੱਚ ਹੀ ਜਿੰਨੇ ਵੀ ਬ੍ਰਾਹਮਣ ਖੱਤਰੀ ਸੂਦ ਵੈਸ਼ ਵਰਣ ਨੇ, ਸਭਨਾ ਮਹਿ ਸਾਰਿਆਂ ਵਿੱਚ ਏਕੋ ਏਕ ਵਖਾਣਾ। ਇੱਕੋ ਇੱਕ ਜੋ ਤ੍ਰੈ ਗੁਣਾ ਤੋਂ ਰਹਿਤ ਸਰੂਪ ਬ੍ਰਹਮ ਨਿਰਗੁਣ ਸਰੂਪ ਅਕਾਲ ਪੁਰਖ ਹੈ, ਇੱਕੋ ਉਹੀ ਵਸਿਆ, ਏਕ ਵਖਾਣਾ। ਇਸ ਕਰਕੇ ਇੱਕੋ ਦਾ ਹੀ ਸਰੂਪ ਹੈ, ਸਤਿਗੁਰੂ ਸਰਗੁਣ ਰੂਪ, ਜਾਂ ਕਹੀਏ ਕੁਦਰਤ ਰੂਪ ਸਰਗੁਣ ਦੇ ਵਿੱਚ ਇੱਕੋ ਇੱਕ ਨੂੰ ਹੀ ਕਹਿੰਦਾ ਹੈ ਕਿ ਸਾਰਿਆਂ ਵਿੱਚ ਹੀ ਇੱਕ ਬ੍ਰਹਮ ਹੈ। ਜਾਂ ਏਕੋ ਵੇਖੈ ਤਾਂ ਏਕੋ ਜਾਣੈ। ਇਉਂ ਜਦੋਂ ਹੇ ਬੇਣੀ ਪੰਡਤ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਜਾਂ ਏਕੋ ਵੇਖੈ, ਜਦੋਂ ਸਾਰੀ ਜਗ੍ਹਾ ਤੇ ਇੱਕ ਨੂੰ ਹੀ ਵੇਖ ਲੈਂਦਾ ਹੈ, ਆਪਣੇ ਅੰਦਰ ਵੀ ਉਸੇ ਬ੍ਰਹਮ ਨੂੰ ਹੀ ਇੱਕ ਨੂੰ ਹੀ ਵਸਿਆ ਵੇਖ ਲੈਂਦਾ, ਤਾਂ ਏਕੋ ਜਾਣੈ। ਫਿਰ ਉਹ ਇੱਕ ਨੂੰ ਹੀ ਜਾਣਦਾ ਕਿ ਸਾਰੇ ਇੱਕ ਬ੍ਰਹਮ ਹੀ ਹੈ, ਪਰਮੇਸ਼ਰ ਹੀ ਹੈ, ਸਾਰੀਆਂ ਥਾਵਾਂ ਵਿੱਚ ਉਹ ਵਿਆਪਕ ਹੈ। ਜਾ ਕੋ ਬਖਸ਼ੇ ਮੇਲੇ ਸੋਏ। ਤੇ ਜਿਹਨੂੰ ਭਾਈ ਐਸੀ ਬਖਸ਼ਿਸ਼ ਸਤਿਗੁਰੂ ਕਿਰਪਾ ਕਰ ਦਿੰਦਾ ਹੈ, ਗੁਰੂ ਸਾਹਿਬ ਨਾਮ ਦੀ ਬੰਦਗੀ ਦੀ ਭਗਤੀ ਦੀ ਜਾ ਕੋ ਬਖਸ਼ੇ ਦਾਤ ਬਖਸ਼ ਦਿੰਦੇ ਨੇ। ਜਿਹਨੂੰ ਗੁਰੂ ਸਾਹਿਬ ਬਖਸ਼ ਲੈਂਦੇ ਹਨ, ਮੇਲੇ ਸੋਏ, ਉਹਨਾਂ ਨੂੰ ਹੀ ਵਾਹਿਗੁਰੂ ਨਾਲ ਮੇਲ ਦਿੰਦੇ ਹਨ। ਇੱਥੈ ਉਥੈ ਸਦਾ ਸੁਖ ਹੋਏ। ਹੇ ਬੇਣੀ ਪੰਡਤ, ਉਹ ਇੱਥੇ ਲੋਕ ਵਿੱਚ ਵੀ ਉਥੈ ਪਰਲੋਕ ਵਿੱਚ ਹਮੇਸ਼ਾ ਲਈ ਸੁਖਦਾਇਕ ਹੋ ਜਾਂਦਾ, ਉਹਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹਤ ਨਾਨਕ ਕਵਨ ਵਿਦ ਕਰੇ ਕਿਆ ਹੋ ਕੋਏ। ਗੁਰੂ ਸਾਹਿਬ ਬਚਨ ਕਰਦੇ, ਧੰਨ ਗੁਰੂ ਅਮਰਦਾਸ ਤੀਸਰੇ ਨਾਨਕ, ਕਹਤ ਨਾਨਕ ਕਹਿ ਰਹੇ ਹਨ, ਉਪਦੇਸ਼ ਦੇ ਰਹੇ ਨੇ, ਕਵਨ ਵਿਦ ਕਰੇ ਕਿਆ ਕੋਏ। ਕੋਈ ਦੱਸੋ ਹੋਰ ਗੁਰੂ ਬਿਨਾ ਇਹ ਮਾਇਆ ਮਮਤਾ ਤੋਂ ਬਚਣ ਲਈ ਕੀ ਕੋਈ ਜੁਗਤੀਆਂ ਵਿਧੀਆਂ ਕਰ ਲੂਗਾ, ਕੀ ਕੋਈ ਭਾਵ ਆਪਣੇ ਆਪ ਵਿੱਚ ਕਿਆ ਕੋਈ ਕਰ ਸਕਦਾ, ਕਿਹੋ ਜਿਹੀਆਂ ਵਿਧੀਆਂ ਕੋਈ ਕਰ ਸਕਦਾ, ਕੋਈ ਸਮਰੱਥ ਨਹੀਂ, ਇਹ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਸੋਈ ਮੁਕਤ ਜਾ ਕੋ ਕਿਰਪਾ ਹੋਏ। ਮੁਕਤ ਉਹੀ ਹੁੰਦਾ ਹੈ, ਪਰਮੇਸ਼ਰ ਵਿੱਚ ਭੇਦਤਾ, ਕੇਵਲ ਮੁਕਤੀ ਦੀ ਪ੍ਰਾਪਤੀ ਉਸ ਦੀ ਹੁੰਦੀ ਹੈ। ਜਾ ਕੋ ਕਿਰਪਾ ਹੋਏ, ਜਿਹਦੇ ਉੱਤੇ ਗੁਰੂ ਦੀ ਸਰਗੁਣ ਬ੍ਰਹਮ ਦੀ ਕਿਰਪਾ ਹੋ ਜਾਂਦੀ ਹੈ। ਆਨ ਦਿਨ ਹਰ ਗੁਣ ਗਾਵੇ ਸੋਏ। ਤਾਂ ਫਿਰ ਉਹ ਆਨ ਦਿਨ ਰਾਤ ਦਿਨ ਹਰ ਗੁਣ ਗਾਵੇ ਸੋਏ, ਹਰੀ ਦੇ ਗੁਣਾ ਉਹਦੀ ਉਸਤਤ ਵਡਿਆਈ ਮਹਿਮਾ ਨੂੰ ਗਾਉਂਦਾ ਹੈ। ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਫਿਰ ਜਿਹੜਾ ਤੂੰ ਆ ਸ਼ਾਸਤਰ ਵੇਦ ਪੜ ਕੇ ਹੰਕਾਰ ਦੀਆਂ ਕੂਕਾਂ ਅੰਦਰ ਨੇ, ਮਹਾਰਾਜ ਕਹਿੰਦੇ ਫਿਰ ਇਹ ਨਹੀਂ ਹੁੰਦੀਆਂ ਹਨ। ਫਿਰ ਜਿਹੜਾ ਅਸਲ ਤੱਤ ਭਾਵ ਹੈ ਨਾਮ ਦਾ, ਉਹਦੇ ਨਾਲ ਜੁੜ ਜਾਂਦਾ ਹੈ। ਵਿਦਵਾਨ ਹੋਣਾ, ਧਰਮ ਗ੍ਰੰਥ ਪੜ੍ਹਨੇ, ਉਹਨਾਂ ਦੀ ਵਿਦਿਆ ਨੂੰ ਹਾਸਲ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਜੋ ਭਾਈ ਉਹਨਾਂ ਵਿੱਚ ਨਾਮ ਦੀ ਮਹਿਮਾ ਹੈ, ਉਹਨੂੰ ਮੁੱਖ ਰੱਖ ਕਰਕੇ ਅੰਦਰ ਨਿਰਮਾਣਤਾ ਹੋਵੇ, ਹੰਕਾਰ ਨਹੀਂ ਹੋਣਾ ਚਾਹੀਦਾ। ਫਿਰ ਸ਼ਾਸਤਰ ਵੇਦ ਕੀ, ਇਹ ਸ਼ਾਸਤਰਾਂ ਵੇਦਾਂ ਦੀ ਵਿਦਿਆ ਹਾਸਲ ਕਰਕੇ ਫਿਰ ਕੂਕ ਨਾ ਹੋਏ, ਫਿਰ ਹੰਕਾਰ ਰੂਪੀ ਕੂਕ ਨਹੀਂ ਹੁੰਦੀ ਹੈ।
ਫੇਰ ਕੋਈ ਕੂਕਾਂ ਪੁਕਾਰਾਂ ਨਹੀਂ ਕਰਨੀਆਂ ਪੈਂਦੀਆਂ। ਅੰਦਰ ਦਾ ਜਿਹੜਾ ਹੰਗਤਾ ਹੈ ਉਹ ਮਹਾਰਾਜ ਕਹਿੰਦੇ ਭਾਈ ਬੇਣੀ ਪੰਡਤ ਉਹ ਮਿਟ ਜਾਂਦੀ ਹੈ ਚੌਪਈ। ਹੁਣ ਅੱਗੇ ਉਪਦੇਸ਼ ਹੈ ਗੁਰਬਾਣੀ ਦਾ, ਜੋ ਸਤਿਗੁਰਾਂ ਨੇ ਸ਼ਬਦ ਉਚਾਰ ਕੇ ਉਹਨੂੰ ਉਪਦੇਸ਼ ਦਿੱਤਾ ਤੇ ਸੰਤ ਰੇਣ ਜੀ ਹੁਣ ਅੱਗੇ ਕਥਾ ਇਤਿਹਾਸ ਕਹਿ ਰਹੇ ਹਨ। ਸੁਨ ਬੇਨੀ ਮਨ ਆਨੰਦ ਪਾਵਾ। ਬੇਣੀ ਪੰਡਤ ਨੇ ਜਦੋਂ ਇਹ ਉਪਦੇਸ਼ ਸ਼ਬਦ ਸੁਣਿਆ, ਸਿੱਖਿਆ ਸੁਣੀ ਤਾਂ ਮਨ ਵਿੱਚ ਆਨੰਦ ਪਾਇਆ ਹੈ। ਨਿਰਭਮਾਨ ਹੋਏ ਸੀਸ ਨਿਵਾਵਾ। ਨਿਰਅਭਿਮਾਨ ਹੋ ਗਿਆ, ਹੰਕਾਰ ਤੋਂ ਰਹਿਤ ਹੋ ਕੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸੀਸ ਨਿਵਾ ਦਿੱਤਾ। ਕਿਰਪਾ ਦ੍ਰਿਸ਼ਟ ਪੁਨ ਗੁਰ ਨੇ ਕੀਨਸ। ਫਿਰ ਗੁਰੂ ਅਮਰਦਾਸ ਜੀ ਨੇ ਪੰਡਤ ਬੇਣੀ ਦੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ। ਅੰਤਰ ਬ੍ਰਿਤੀ ਹੋਏ ਸੁਖ ਚੀਨਸ। ਤਾਂ ਬੇਣੀ ਪੰਡਤ ਦੀ ਬਿਰਤੀ ਜਿਹੜੀ ਪਹਿਲਾਂ ਬਾਹਰ ਮੁਖੀ ਸੀ, ਦਿਗਵਿਜੇ ਹੋਣ ਵਾਸਤੇ ਫਿਰਦਾ ਸੀ, ਹੁਣ ਉਹ ਬਿਰਤੀ ਅੰਤਰਮੁਖ ਹੋ ਗਈ ਤੇ ਸੁੱਖਾਂ ਨੂੰ ਅੰਦਰੋਂ ਚੀਨਸ ਜਾਣ ਲਿਆ। ਬੈਠੇ ਲੱਗੀ ਸਮਾਧ ਅਡੋਲੇ। ਤੇ ਬੇਣੀ ਪੰਡਤ ਦੀ ਬੈਠੇ ਦੀ ਅਡੋਲ ਇੱਕ ਰਸ ਸਮਾਧੀ ਲੱਗ ਗਈ। ਕਿਤਕ ਦੇਰ ਮਹਿ ਲੋਚਨ ਖੋਲੇ। ਕਿੰਨੇ ਸਮੇਂ ਬਾਅਦ ਫਿਰ ਇਹਨੇ ਆਪਣੀਆਂ ਅੱਖਾਂ ਖੋਲੀਆਂ ਹਨ। ਕਹਿਣ ਲੱਗਿਓ ਹੇ ਗੁਰ ਗੋਸਾਈ। ਕਹਿਣ ਲੱਗਿਆ ਹੇ ਗੁਰੂ ਮਾਲਕ ਜੀ, ਮਹਿਮਾ ਤੁਮਰੀ ਤੁਮ ਬਨ ਆਈ। ਇਹ ਤੁਹਾਡੀ ਮਹਿਮਾ ਤੁਹਾਨੂੰ ਹੀ ਬਣ ਆਈ ਹੈ। ਉਸ਼ਟਰ ਭਾਰ ਜੇ ਪੁਸਤਕ ਬ੍ਰਿੰਦ। ਫਿਰ ਜਿਹੜੇ ਉਠਾਂ ਦਾ ਭਾਰ ਲੱਦੇ ਸੀ, ਬਹੁਤ ਪੁਸਤਕਾਂ ਲੱਦੀਆਂ ਸਨ। ਸਰਤਾ ਵਿਖੇ ਬਹਾਏ ਬਿਲੰਦ। ਉਹ ਫਿਰ ਸਰਤਾ ਦੇ ਵਿੱਚ, ਕਿਉਂਕਿ ਹਰੇਕ ਤੋਂ ਖੋਹ ਲੈਣੇ। ਹੁਣ ਇੱਕ ਤਰ੍ਹਾਂ ਦੇ ਕਿੰਨੇ ਗ੍ਰੰਥ, ਉਹਨਾਂ ਦਾ ਫਿਰ ਇਹੀ ਹੁੰਦਾ ਸੀ ਪੁਰਾਤਨ ਸਮੇਂ ਵਿੱਚ। ਜਿਵੇਂ ਹੁਣ ਵੀ ਆਪਾਂ ਦੇਖੋ ਬਿਰਧ ਸਰੂਪ ਨੇ, ਉਹਨਾਂ ਦਾ ਮਰਜ਼ਾਦਾ ਨਾਲ ਸੰਸਕਾਰ ਹੁੰਦਾ ਹੈ, ਜਾਂ ਗੁਟਕੇ ਹੈ ਜਾਂ ਕੋਈ ਗ੍ਰੰਥ ਧਰਮ ਗ੍ਰੰਥ ਬਿਰਧ ਹੋ ਜਾਂਦਾ ਹੈ। ਪਹਿਲੇ ਸਮੇਂ 'ਚ ਪਾਣੀ ਬਹੁਤ ਤੇਜ਼ ਮਾਤਰਾ ਚੱਲਦਾ, ਜਾਂ ਫਿਰ ਉਹਦੇ ਵਿੱਚ ਵਹਾ ਦਿੰਦੇ ਹੁੰਦੇ ਸਤਿਕਾਰ ਲਾਉਣ। ਇਹਨੇ ਭਾਈ ਉਹ ਫਿਰ ਸਰਤਾ ਵਿੱਚ ਨਦੀ ਵਿੱਚ ਬਹਾ ਦਿੱਤੇ ਹਨ। ਕੇਤਕ ਦਿਨ ਪੁਨ ਸਤਿਗੁਰ ਪਾਸ। ਕੁਝ ਦਿਨ ਫਿਰ ਇਹ ਸਤਿਗੁਰੂ ਦੇ ਕੋਲ ਰਹਿਓ। ਪ੍ਰੀਤ ਧਰ ਤਜ ਸਭ ਆਸ। ਪ੍ਰੇਮ ਧਾਰ ਕੇ ਰਿਹਾ, ਸਾਰੀਆਂ ਆਸਾਂ ਛੱਡ ਕਰਕੇ। ਬਹੁ ਬਿਦ ਸੇਵਿਓ ਪਰਮ ਕਿਰਪਾਲ। ਬਹੁਤ ਤਰ੍ਹਾਂ ਕਰਕੇ ਪਰਮ ਕਿਰਪਾਲੂ ਸਤਿਗੁਰੂ ਦੀ ਸੇਵਾ ਕੀਤੀ। ਬਿਦਾ ਭਇਓ ਰਹਿ ਕੈ ਚਿਰ ਕਾਲ। ਬੇਣੀ ਪੰਡਤ ਬਹੁਤ ਚਿਰ ਰਿਹਾ, ਫਿਰ ਮਹਾਰਾਜ ਤੋਂ ਆਗਿਆ ਲੈ ਕੇ ਬਿਦਾ ਹੋਇਆ ਹੈ। ਬੇਣੀ ਗੁਰ ਚਰਨਨ ਅਨੁਸਾਰੀ। ਇਹ ਬੇਣੀ ਪੰਡਤ ਗੁਰੂ ਦੇ ਚਰਨਾਂ ਦਾ ਅਨੁਸਾਰੀ ਬਣ ਗਿਆ। ਗੁਰੂ ਦੇ ਚਰਨਾਂ ਅਨੁਸਾਰ ਭਾਵ ਗੁਰੂ ਦੀ ਆਗਿਆ ਵਿੱਚ ਆ ਗਿਆ ਹੈ। ਗੁਰ ਨਾਨਕ ਸਿੱਖੀ ਵਿਸਥਾਰੀ। ਫਿਰ ਇਹ ਗੁਰੂ ਨਾਨਕ ਦੇ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰਨ ਲੱਗਿਆ। ਪੰਡਤ ਬੇਣੀ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਤ੍ਰਿਤੀਆ ਮਹੱਲੇ, ਤੀਜੇ ਮਹੱਲੇ ਦੇ ਬੇਣੀ ਪੰਡਤ ਪ੍ਰਸੰਗ ਵਰਣਨ। ਜੋ ਭਾਈ ਬੇਣੀ ਪੰਡਤ ਨਾਲ ਪ੍ਰਸੰਗ ਹੋਇਆ ਉਹ ਵਰਣਨ ਕੀਤਾ। ਨਾਮ ਸਪਤ ਦਸਮੋ ਮੰਦਰੈ। ਇਹ 17ਵੇਂ ਘਰ ਦਾ ਪ੍ਰਸੰਗ ਹੈ। 2 ਹੋਰਾ ਅੱਗੇ 18ਵੇਂ ਘਰ ਦਾ ਪ੍ਰਸੰਗ ਦੱਸਦੇ ਹਨ। ਸਤਿਗੁਰ ਦੀਨਾਨਾਥ ਜੀ ਦਇਆ ਸਿੰਧ ਸਿਰ ਮੋਰ। ਮੰਗਲ ਕਰਦੇ ਨੇ ਭਾਈ ਜੋ ਸਤਿਗੁਰੂ ਹੈ, ਦੀਨਾਨਾਥ ਹੈ, ਗਰੀਬਾਂ ਦਾ ਮਾਲਕ ਹੈ, ਦਇਆ ਸਿੰਧ ਦਇਆ ਦਾ ਸਮੁੰਦਰ, ਸਿਰ ਮੋਰ ਸਭ ਤੋਂ ਸ਼੍ਰੋਮਣੀ ਹੈ।
ਅਦਕ ਪ੍ਰਕਾਸ਼ਿਤ ਜਗ ਭਏ, ਸਾਮਨਹਿ ਕੋ ਕੇਤੇ ਔਰ। ਬਹੁਤ ਹੀ ਜਗਤ ਦੇ ਵਿੱਚ ਸਤਿਗੁਰੂ ਪ੍ਰਕਾਸ਼ ਕੀਤਾ ਗੁਰੂ ਨੇ, ਜਿਹਦੇ ਬਰਾਬਰ ਕੋਈ ਹੋਰ ਨਹੀਂ ਹੈ। ਚੌਪਈ ਅਕਬਰ ਸ਼ਾਹ ਦਿੱਲੀ ਤੇ ਆਵਾ। ਅਕਬਰ ਬਾਦਸ਼ਾਹ ਚੱਲ ਕੇ ਦਿੱਲੀਓਂ ਪਹੁੰਚਿਆ। ਗੁਰ ਦਰਸ਼ਨ ਹਿਤ ਮਨ ਲਲਚਾਵਾ। ਅਕਬਰ ਦਾ ਮਨ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਲਲਚਾਇਆ ਹੈ। ਸੁਧ ਦੈਬੇ ਹਿਤ ਪਠਿਓ ਮੁਸਾਹਿਬ। ਉਹ ਖਬਰ ਦੇਣ ਵਾਸਤੇ ਉਹਨੇ ਆਪਣਾ ਮੁਸਾਹਿਬ ਇੱਕ ਇਹਦੀਆ ਪਹਿਲਾਂ ਭੇਜਿਆ ਹੈ। ਤੀਰ ਬਾਪ ਕਾ ਬੈਠੇ ਸਾਹਿਬ। ਬੌਲੀ ਦੇ ਕੰਢੇ ਮਹਾਰਾਜ ਬੈਠੇ ਹਨ। ਕਹਿ ਗੁਰ ਪ੍ਰਥਮ ਦੇਗ ਤੇ ਖਾਏ। ਜਦੋਂ ਕਿਹਾ ਮਹਾਰਾਜ ਅਕਬਰ ਆਇਆ ਹੈ, ਤਾਂ ਮਹਾਰਾਜ ਕਹਿੰਦੇ ਨੂੰ ਕਹਿ ਦਿਓ ਪਹਿਲਾਂ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕੇ। ਪੁਨਹ ਸ਼ਾਹੋ ਹਮਰੇ ਢਹਿ ਆਏ। ਫੇਰ ਭਾਈ ਜਿਹੜਾ ਤੁਹਾਡਾ ਬਾਦਸ਼ਾਹ ਉਹ ਸਾਡੇ ਕੋਲ ਆਵੇ। ਸੁਨ ਨਦੇਸ਼ ਨ੍ਰਿਪ ਨਰ ਤਿਸ ਬੇਰਾ। ਇਹ ਆਗਿਆ ਸੁਣ ਕੇ ਫਿਰ ਰਾਜੇ ਦਾ ਜਿਹੜਾ ਪ੍ਰਾਣੀ ਸੀ ਅਕਬਰ ਦਾ ਉਸ ਸਮੇਂ, ਪਾਤਸ਼ਾਹੇ ਕੇ ਢਿਗ ਜਾਏ ਟੇਰਾ। ਅਕਬਰ ਬਾਦਸ਼ਾਹ ਕੋਲ ਜਾ ਕੇ ਕਿਹਾ, ਸੁਨ ਅਕਬਰ ਭੋਜਨ ਮੰਗਵਾਇਓ। ਅਕਬਰ ਬਾਦਸ਼ਾਹ ਨੇ ਸੁਣ ਕੇ ਕਿਉਂ ਲੰਗਰ ਜਾ ਕੇ ਪ੍ਰਸ਼ਾਦਾ ਮੰਗਿਆ। ਕਰ ਪਖਾਰ ਕੌਰੀ ਮੁਖ ਪਾਇਓ। ਤੇ ਇਉਂ ਕਰ ਪਖਾਰ ਹੱਥ ਜਿਹੜੇ ਐ ਉਹ ਪਖਾਰੇ ਹੱਥ ਧੋਤੇ। ਕੌਰੀ ਮੁਖ ਇੱਕ ਫਿਰ ਭਾਈ ਪ੍ਰਸ਼ਾਦੇ ਦੀ ਜਦੋਂ ਗਰਾਹੀ ਇਹਨੇ ਆਪਣੇ ਮੁਖ 'ਚ ਪਾਈ ਹੈ। ਸਵਾਦ ਅਜਾਇਬ ਜਾਨ ਵਿਕਾਸਾ। ਤੇ ਅਜੀਬ ਬੜਾ ਹੈਰਾਨੀਜਨਕ ਅਜਾਇਬ ਬਹੁਤ ਹੀ ਮਹਾਨ ਚੰਗਾ ਸਵਾਦ ਇਹ ਜਾਣ ਕਰਕੇ ਵਿਕਾਸਾ ਅੰਦਰੋਂ ਬੜਾ ਖੁਸ਼ ਹੋਇਆ। ਜਗਤ ਸਵਾਦ ਇਸ ਮਹਿ ਪ੍ਰਕਾਸ਼ਾ। ਇਹ ਸਾਰੇ ਜਗਤ ਦੇ ਜਿੰਨੇ ਸਵਾਦ ਨੇ ਉਹ ਇੱਕੋ ਗ੍ਰਾਹੀ ਦੇ ਵਿੱਚ ਹੀ ਪ੍ਰਕਾਸ਼ ਗਏ। ਤ੍ਰਿਪਤ ਸ਼ਾਹ ਕਰ ਬਹੁਰ ਪਖਾਰੇ। ਅਕਬਰ ਬਾਦਸ਼ਾਹ ਨੇ ਰੱਜ ਕੇ ਪ੍ਰਸ਼ਾਦਾ ਛਕਿਆ। ਫਿਰ ਭਾਈ ਹੱਥ ਧੋਤੇ ਹਨ। ਪੁਨ ਗੁਰ ਦਰਸ਼ਨ ਕੋ ਹਿਤ ਧਾਰੇ। ਫਿਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪ੍ਰੇਮ ਧਾਰ ਕੇ ਨਗਨ ਚਰਨ ਹੋਏ ਗੁਰ ਢਹਿ ਗਿਆ ਵਾ। ਨੰਗੇ ਪੈਰੀ ਚੱਲ ਕੇ ਗੁਰੂ ਅਮਰਦਾਸ ਜੀ ਕੋਲ ਆਇਆ ਹੈ। ਬਹੁ ਭੇਟਾ ਧਰ ਸੀਸ ਨਿਵਾਵਾ। ਤੇ ਬਹੁਤ ਭੇਟਾ ਰੱਖ ਕੇ ਫਿਰ ਇਹਨੇ ਮੱਥਾ ਟੇਕਿਆ। ਕੁਸਲ ਪ੍ਰਸੰਨ ਗੁਰ ਬੁੱਝਿਓ ਸ਼ਾਹੀ। ਗੁਰੂ ਮਹਾਰਾਜ ਨੇ ਬਾਦਸ਼ਾਹ ਅਕਬਰ ਨੂੰ ਕੁਸ਼ਲ ਪ੍ਰਸੰਨ ਖੁਸ਼ੀ ਆਨੰਦ ਪੁੱਛਿਆ ਹੈ। ਹਾਥ ਜੋਰ ਨ੍ਰਿਪ ਬਿਨੈ ਅਲਾਹੀ। ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗੁਰ ਨਾਨਕ ਗੁਰ ਆਦ ਸੁਹਾਇਓ। ਆਦ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਹੈ। ਮੋਰ ਪਿਤਾਮੇ ਕੋ ਬਰਦਾਇਓ। ਜਿਹੜਾ ਮੇਰੇ ਪਿਤਾਮੇ ਭਾਵ ਦਾਦੇ ਨੂੰ ਉਹਨਾਂ ਨੇ ਬਰ ਬਚਨ ਬਖਸ਼ਿਆ। ਤਿਸ ਬਰ ਤੇ ਪਾਤਸ਼ਾਹਿਤ ਪਾਏ। ਗੁਰੂ ਨਾਨਕ ਦੇਵ ਜੀ ਦੀ ਬਰ ਬਖਸ਼ਿਸ਼ ਨਾਲ ਹੀ ਇਹ ਬਾਦਸ਼ਾਹੀ ਮਿਲੀ। ਮਨ ਬਾਂਛਤ ਬੜ ਰਾਜ ਕਮਾਏ। ਤੇ ਉਹਨੇ ਫਿਰ ਮਨ ਬਾਂਛਤ ਮੇਰੇ ਦਾਦੇ ਨੇ ਰਾਜ ਕੀਤਾ। ਮੋਰ ਪਿਤਾ ਸ੍ਰੀ ਅੰਗਦ ਪੀਰਾ। ਫਿਰ ਮੇਰਾ ਪਿਤਾ ਹਮਾਊਂ ਬਾਦਸ਼ਾਹ ਉਹ ਪੀਰ ਵੱਡੇ ਪੀਰ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਗਇਓ। ਰਾਜ ਪੁਨ ਦਇਓ ਸੋ ਧੀਰਾ। ਉਹ ਜਦੋਂ ਗਿਆ ਉਸਨੂੰ ਫੇਰ ਰਾਜ ਦਾ ਧੀਰਜ ਮਹਾਰਾਜ ਨੇ ਬਖਸ਼ਿਆ। ਆਪ ਅਬੈ ਮੁਝ ਜੀਤ ਕਰਾਈ। ਹੁਣ ਤੁਸੀਂ ਬਚਨ ਕਰਕੇ ਮੈਨੂੰ ਚਤੌੜ ਕਿਲੇ ਦੀ ਜਿੱਤ ਕਰਵਾਈ ਹੈ। ਸਭ ਬਿਦ ਅਹੈ ਆਨੰਦ ਗੁਸਾਈ। ਹੇ ਮਾਲਕ ਜੀ, ਸਭ ਤਰ੍ਹਾਂ ਕਰਕੇ ਆਨੰਦ ਖੁਸ਼ੀ ਹੈ।
ਸਿਫਤ ਆਪ ਕੀ ਕਹੀ ਨਾ ਜਾਏ। ਤੁਹਾਡੀ ਮਹਾਰਾਜ ਜਿਹੜੀ ਸਿਫਤ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਆਰਫ ਕਾਮਲ ਸਭ ਸੁਖ ਦਾਏ। ਇਉਂ ਵੱਡੇ ਵੱਡੇ ਆਰਫ ਕਾਮਲ ਜਾਂ ਕਹੀਏ ਤੁਸੀਂ ਸਭ ਤੋਂ ਆਰਫ ਮਹਾਨ ਆਲਮ, ਮਹਾਨ ਗਿਆਨਵਾਨ, ਸਾਰੇ ਸੁੱਖਾਂ ਨੂੰ ਦੇਣ ਵਾਲੇ ਹੋ। ਆਪ ਜੀ ਹਮਹਿ ਮੁਰੀਦ ਸੋ ਜਾਨੋ। ਹੁਣ ਮਹਾਰਾਜ ਮੈਨੂੰ ਆਪਣਾ ਮਰੀਦ ਜਾਣ ਲਓ, ਆਪਣਾ ਸੇਵਕ ਜਾਣ ਲਓ। ਦੇਹੋਂ ਭੇਟਾ ਕਰ ਹੋ ਪਰ ਮਾਨੋ। ਮਹਾਰਾਜ ਮੈਂ ਭੇਟਾ ਰੱਖੀਆਂ ਨੇ, ਆਪ ਜੀ ਪ੍ਰਵਾਨ ਕਰ ਲੋ ਜੀ। ਜੋ ਸੇਵਾ ਤੁਮਰੀ ਹੋਏ ਜਾਏ। ਤੇ ਜਿਹੜੀ ਮਹਾਰਾਜ ਤੁਹਾਡੀ ਇਹ ਸੇਵਾ ਹੈ ਮੇਰੇ ਕੋਲੋਂ ਹੋ ਜਾਵੇ। ਬਨੋ ਸਫਲ ਸ਼ਾਂਤੀ ਮੁਝੇ ਆਏ। ਤੇ ਮੇਰਾ ਜੀਵਨ ਵੀ ਸਫਲ ਹੋ ਜੇ, ਮੈਨੂੰ ਵੀ ਸ਼ਾਂਤੀ ਆ ਜਾਵੇ। ਬਿਕਸ ਪ੍ਰਭੂ ਤਾਂ ਸੋ ਤਬ ਕਹੀ। ਮਹਾਰਾਜ ਪ੍ਰਸੰਨ ਹੋ ਕੇ ਫਿਰ ਅਕਬਰ ਨੂੰ ਕਹਿੰਦੇ ਹਨ, ਕਿਸੂ ਵਸਤ ਕੀ ਖਾਹਿਸ਼ ਨਾ ਰਹੀ। ਭਾਈ ਸਾਨੂੰ ਕੋਈ ਦੁਨਿਆਵੀ ਵਸਤੂਆਂ ਦੀ ਖੁਆਇਸ਼ ਨਹੀਂ ਹੈ। ਦੀਏ ਗੁਰੂ ਨੇ ਅਟੁੱਟ ਭੰਡਾਰੂ। ਇਹ ਤਾਂ ਸਤਿਗੁਰੂ ਨੇ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇ ਪਾਤਸ਼ਾਹ ਨੇ ਸਾਨੂੰ ਨਾ ਮੁੱਕਣ ਵਾਲੇ ਭੰਡਾਰੇ ਹੀ ਬਖਸ਼ਿਸ਼ ਕਰ ਦਿੱਤੇ। ਖਰਚਤ ਖਾਵਤ ਪਾਏ ਨਾ ਪਾਰੂ। ਅਕਬਰ ਬਾਦਸ਼ਾਹ ਹੀ ਤਾਂ ਖਰਚ ਰਹੇ ਹੈ, ਖਾ ਰਹੇ ਹੈ, ਫਿਰ ਵੀ ਕੋਈ ਪਾਰ ਨਹੀਂ ਪਾਇਆ ਜਾਂਦਾ। ਸ਼ਾਹੇ ਸਹਿਤ ਉਮਰਾਵਨ ਫੇਰ ਅਕਬਰ ਬਾਦਸ਼ਾਹ ਦੇ ਸਮੇਤ ਵਜ਼ੀਰਾਂ ਨੇ ਬੇਰ ਬੇਰ ਕਹਿ ਕਰੋ ਨਾ ਫੇਰ। ਬਾਰ-ਬਾਰ ਕਿਹਾ ਮਹਾਰਾਜ ਨਾ ਇਹ ਭੇਟਾ ਤਾਂ ਤੁਸੀਂ ਪ੍ਰਵਾਨ ਕਰ ਲੋ, ਵਾਪਸ ਨਾ ਕਰਿਓ। ਕ੍ਰਿਤਕ ਕਿਤਕ ਗ੍ਰਾਮ ਕੋ ਪਟਾ ਲਖਾਇਬ। ਜਿਹੜਾ ਕਿੰਨੇ ਹੀ 84 ਪਿੰਡ ਸੀ, ਇਹ ਇੱਧਰ ਦੇਖੋ ਗੁਰਦਾਸਪੁਰ ਤੱਕ ਚਲੇ ਜਾਂਦੇ ਹੁੰਦੇ ਸੀ। ਜਿਵੇਂ ਹਰਗੋਬਿੰਦਪੁਰਾ, ਇਹ ਸਾਰਾ ਇਲਾਕਾ, ਇਧਰੋਂ ਬਾਬਾ ਬੁੱਢਾ ਜੀ ਦਾ ਜਿਹੜਾ ਸਥਾਨ, ਸਾਰੇ ਰਮਦਾਸ, ਇਹ ਸਾਰੇ ਇੱਥੇ ਤੱਕ 84 ਪਿੰਡ ਸੀ ਜਿਹਦੀ ਜਗੀਰ ਅਕਬਰ ਬਾਦਸ਼ਾਹ ਨੇ ਪਟਾ ਲਿਖ ਕੇ ਦੇਤਾ ਸੀ ਮਹਾਰਾਜ ਦੇ ਚਰਨਾਂ 'ਚ। ਕਿਤਕ ਗ੍ਰਾਮ ਕੋ ਪਟਾ ਲਿਖਾਇਬ। ਕਿੰਨੇ ਹੀ ਪਿੰਡਾਂ ਦਾ ਇਹ ਪਟਾ ਲਿਖਿਆ। ਸ੍ਰੀ ਸਤਿਗੁਰ ਕੋ ਚਰਨ ਚੜਾਇਬ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚੋਂ ਚੜਾਤਾ, ਭੇਟ ਕਰ ਦਿੱਤਾ। ਕਹਿ ਸਤਿਗੁਰ ਹਮਰੇ ਕਿਸ ਕਾਮ। ਮਹਾਰਾਜ ਕਹਿੰਦੇ ਅਕਬਰ ਭਾਈ ਇਹ ਸਾਡੇ ਕਿਸ ਕੰਮ, ਅਸੀਂ ਟੈਕਸ ਲੈ ਲੈ ਕੇ ਲੋਕਾਂ ਦੇ ਇੱਥੇ ਤਾਂ ਉਹੀ ਪਦਾਰਥ ਬਹੁਤ ਆਉਂਦੇ ਆ। ਇਹ ਪਟੇ ਦਾ ਮਤਲਬ ਹੁੰਦਾ ਸੀ ਕਿ ਜਿੰਨੀ 84 ਪਿੰਡਾਂ ਦੀ ਜਗੀਰ ਹੈ, ਹੁਣ ਉਹਦਾ ਟੈਕਸ ਜਿਹੜਾ ਉਹ ਤੁਹਾਨੂੰ ਆਇਆ ਕਰੂ। ਮਹਾਰਾਜ ਨੇ ਪਰ ਇਹਨਾਂ 84 ਪਿੰਡਾਂ ਤੋਂ ਇੱਕ ਦਿਨ ਵੀ ਕਦੇ ਟੈਕਸ ਲਿਆ ਨਹੀਂ ਸੀ। ਇਸ ਕਰਕੇ ਇਹ ਫਿਰ 84 ਪਿੰਡਾਂ ਦਾ ਮਾਫ ਹੀ ਰਿਹਾ। ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਕੀ ਕੰਮ ਹੈ। ਨਹਿ ਚਾਹੀਏ ਹਮਕੋ ਇਹ ਕਾਮ। ਇਹ ਸਾਡੇ ਕਿਸੇ ਕੰਮ ਨਹੀਂ, ਸਾਨੂੰ ਨਹੀਂ ਚਾਹੀਦਾ। ਪਾਤਸ਼ਾਹੇ ਗਾਰੇ ਅੰਚਰ ਡਾਰ। ਅਕਬਰ ਬਾਦਸ਼ਾਹ ਗਲ ਵਿੱਚ ਪੱਲਾ ਪਾਇਆ ਹੈ। ਇਸ ਵਿਦ ਬੇਨਤੀ ਕਹਿ ਤਿਸ ਬਾਰ। ਇਸ ਤਰ੍ਹਾਂ ਫਿਰ ਉਸ ਸਮੇਂ ਬੇਨਤੀ ਕੀਤੀ ਉਸਨੇ। ਰਾਵਰ ਸੁਤਾ ਅਹਿ ਬੁੱਧਮਾਨ। ਮਹਾਰਾਜ ਜਿਹੜੀ ਤੁਹਾਡੀ ਪੁੱਤਰੀ ਬਹੁਤ ਬੁੱਧੀਵਾਨ ਹੈ, ਤਿਸ ਕੀ ਭੇਟ ਕਰੋ ਪਰਵਾਨ। ਚਲੋ ਧੀ ਨੂੰ ਤਾਂ ਕੋਈ ਦੇ ਸਕਦਾ ਨਾ, ਕਹਿੰਦਾ ਮਹਾਰਾਜ ਵੀ ਉਹਨੂੰ ਮੈਂ ਭੇਟ ਕੀਤਾ। ਗੁਰੂ ਸਾਹਿਬ ਜੀ ਦੀ ਪੁੱਤਰੀ ਬੀਬੀ ਭਾਨੀ, ਜੋ ਫਿਰ ਸਤਿਕਾਰਯੋਗ ਮਾਤਾ ਭਾਨੀ ਜੀ, ਤੁਸੀਂ ਕਿਰਪਾ ਕਰਕੇ ਹੁਣ ਉਸ ਨੂੰ ਅਸੀਂ ਭੇਟ ਕਰਦੇ ਆਂ, ਪ੍ਰਵਾਨ ਕਰ ਲਓ। ਸੁਨ ਸਤਿਗੁਰੂ ਭਵਿੱਖਿਅਤ ਜਾਨੀ। ਫਿਰ ਸਤਿਗੁਰੂ ਨੇ ਭਵਿੱਖ ਦੇ ਵਿੱਚ ਜਾਣਿਆ ਵੀ ਠੀਕ ਹੈ, ਉਹ ਸਮਾਂ ਆਵੇਗਾ, ਕਾਰਜ ਹੋਣੇ ਨੇ ਤੇ ਇਹਨਾਂ ਨਗਰਾਂ ਦੇ ਵਿੱਚ। ਫਿਰ ਗੁਰੂ ਸਾਹਿਬ ਨੇ ਆਉਣ ਵਾਲੇ ਭਵਿੱਖ ਦੀ ਜਾਣ ਕੇ ਤੂਸਨ ਭੇ ਕੀਨਸ ਪਰਵਾਨੀ।
ਮਹਾਰਾਜ ਫਿਰ ਚੁੱਪ ਕਰ ਗਏ ਤੇ ਉਹ ਪਟਾ ਪ੍ਰਵਾਨ ਕਰ ਲਿਆ। ਮਹਾਰਾਜ ਨੇ ਪਰ ਟੈਕਸ ਨਹੀਂ ਕਿਸੇ ਤੋਂ ਗਰਾਹਿਆ ਸੀ। ਪੁਨः ਸ਼ਾਹ ਨੇ ਲੀਨ ਵਿਦਾਈ, ਫਿਰ ਬਾਦਸ਼ਾਹ ਨੇ ਵਿਦਾਈ ਲਈ, ਵਿਦਿਆ ਲਈ ਹੈ। ਤਬ ਸਤਿਗੁਰ ਦੀਨਸ ਸਿਰ ਪਾਈ, ਤਾਂ ਸਤਿਗੁਰੂ ਨੇ ਅਕਬਰ ਨੂੰ ਸਿਰੋਂ ਪਾਉ ਬਖਸ਼ਿਆ ਹੈ। ਨਮਸਕਾਰ ਕਰ ਗਾ ਸੁਲਤਾਨ, ਨਮਸਕਾਰ ਕਰਕੇ ਬਾਦਸ਼ਾਹ ਚਲਿਆ ਗਿਆ। ਬੈਠੇ ਸੋਬਤ ਗੁਰ ਭਗਵਾਨ, ਇਉਂ ਗੁਰੂ ਭਗਵਾਨ ਬੈਠੇ ਭਾਈ ਦੀਵਾਨ ਵਿੱਚ ਸ਼ੋਭਾ ਪਾਉਂਦੇ ਹਨ। ਗੁਰਪੁਰ ਤੇ ਤ੍ਰੈ ਕੋਸ ਗ੍ਰਾਮ, ਗੋਇੰਦਵਾਲ ਸਾਹਿਬ ਤੋਂ 3 ਕੋਹ ਦੂਰ ਇੱਕ ਨਗਰ। ਹੁਤੇ ਤਾਹੇ ਤਲਵੰਡੀ ਨਾਮ, ਇਹ ਤਲਵੰਡੀ ਨਗਰ ਇੱਕ ਆਉਂਦਾ। ਤਲਵੰਡੀ ਬਹੁਤ ਪਿੰਡ ਨੇ ਤੇ ਇਹ ਤਲਵੰਡੀ ਉਸ ਇਲਾਕੇ ਵਿੱਚ ਪੈ ਜਾਂਦਾ ਇੱਧਰ ਨੂੰ। ਉਹ ਤਲਵੰਡੀ ਇੱਕ ਨਗਰ ਸੀ। ਤਹ ਸਿੱਖ ਲੰਗਰਾ ਖੱਤਰੀ ਜਾਤ, ਉੱਥੇ ਇੱਕ ਸਿੱਖ ਰਹਿੰਦਾ ਸੀ ਖੱਤਰੀ ਜਾਤੀ ਦਾ, ਤੇ ਉਹ ਲੰਗ ਮਾਰਦਾ ਹੁੰਦਾ ਸੀ, ਲੰਗੜਾ ਕਹਿ ਦਿੰਦੇ ਸੀ ਉਸ ਨੂੰ। ਇੱਕ ਪੱਗ ਹੋਤੋ ਚਲਤ ਲੰਗਰਾਤ, ਇੱਕ ਪੈਰ ਤੋਂ ਲੰਗੜਾ ਕੇ ਚੱਲਦਾ ਸੀ। ਨਿਤ ਸ਼ਰਦਾ ਧਰ ਦਦ ਕੋ ਲਿਆਵਤ, ਤੇ ਰੋਜ਼ ਸ਼ਰਦਾ ਧਾਰ ਕੇ ਉਹ ਦਦ ਕੀਏ ਦਹੀਂ ਲਿਆਉਂਦਾ ਸੀ ਮਹਾਰਾਜ ਵਾਸਤੇ। ਧਰਤ ਪ੍ਰੀਤ ਸਤ ਗੁਰੂ ਖੁਲਾਵਤ, ਪ੍ਰੇਮ ਧਾਰ ਕੇ ਗੁਰੂ ਸਾਹਿਬ ਨੂੰ ਛਕਾਉਂਦਾ ਹੈ। ਕਰਤ ਸੇਵ ਬੀਤਿਓ ਚਿਰ ਕਾਲ, ਸੇਵਾ ਕਰਦੇ ਨੂੰ ਬਹੁਤ ਸਮਾਂ ਬੀਤ ਗਿਆ। ਆਪਣੋ ਨੇਮ ਰੱਖਿਓ ਪ੍ਰਤਪਾਲ, ਉਹਨੇ ਆਪਣੇ ਨੇਮ ਦੀ ਪ੍ਰਤਪਾਲਣਾ ਕਰਕੇ ਰੱਖੀ। ਇੱਕ ਦਿਨ ਦਧੀ ਲੀਏ ਘਰ ਚੱਲਿਓ, ਇੱਕ ਦਿਨ ਉਹ ਦਹੀਂ ਲੈ ਕੇ ਮਹਾਰਾਜ ਵੱਲ ਨੂੰ ਚੱਲਿਆ ਹੈ। ਗ੍ਰਾਮ ਚੌਧਰੀ ਮਗ ਮਹਿ ਮਿਲਿਓ, ਨਗਰ ਦਾ ਚੌਧਰੀ ਰਸਤੇ ਵਿੱਚ ਮਿਲ ਗਿਆ। ਹਾਸੀ ਕਰ ਤਿਨ ਗਹਿਬੋ ਕੀਨ, ਤੇ ਉਹਨੇ ਹਾਸੀ ਮਖੌਲ ਕਰਨ ਲੱਗਿਆ। ਉਹ ਲੈ ਕੇ ਜਾਣਾ ਰੋਜ਼ ਦਹੀਂ, ਲੰਗ ਮਾਰਦਾ, ਤੇਰੀ ਲੱਤ ਤਾਂ ਠੀਕ ਨਹੀਂ ਕੀਤੀ। ਇਹੋ ਜਿਹਾ ਕੁਛ ਕਰਦਾ। ਜਿਨ੍ਹਾਂ ਨੇ ਆਪ ਨਹੀਂ ਜਾਣਾ ਹੁੰਦਾ ਗੁਰਦੁਆਰਾ ਸਾਹਿਬ, ਉਹ ਜੇ ਕੋਈ ਰੋਜ਼ ਮੱਥਾ ਟੇਕਣ ਜਾਵੇ ਉਹਨੂੰ ਲੈ ਨਿੱਤ ਭੱਜਿਆ ਜਾਂਦਾ। ਆਹ ਤਾਂ ਤੇਰਾ ਕਦੇ ਠੀਕ ਨਹੀਂ ਹੋਇਆ, ਆਹ ਤੈਨੂੰ ਰੋਗ ਆ ਨਹੀਂ। ਇਸ ਤਰ੍ਹਾਂ ਦੀ ਹੁੰਦੀ ਹੈ ਬਿਰਤੀ। ਤੇ ਉਹ ਭਾਈ ਇਸ ਤਰ੍ਹਾਂ ਮਖੌਲ ਕਰਦਾ ਹੈ, ਤੇ ਉਸ ਕੋਲੋਂ ਜਿਹੜਾ ਦਹੀਂ ਹੈ ਉਹ ਵੀ ਫੜ ਲਿਆ। ਲਈ ਕਾਠ ਕੀ ਟੰਗਰੀ ਛੀਨ, ਉਹ ਲੱਕੜ ਦੀ ਇੱਕ ਸੋਟੀ ਸੀ ਜਿਹਦੇ ਸਹਾਰੇ ਤੁਰਦਾ ਸੀ, ਉਹ ਖੋਹ ਲਈ ਹੈ। ਕਹਿਤ ਭਇਓ ਨਿਤ ਗੁਰ ਢਿਗ ਜਾਵੇ ਹੈ, ਕਹਿਣ ਲੱਗਿਆ ਤੂੰ ਰੋਜ਼ ਗੁਰੂ ਸਾਹਿਬ ਕੋਲ ਜਾਣਾ ਹੈ। ਪ੍ਰੇਮ ਧਾਰ ਦਦ ਸਦਾ ਖੁਲਾਵੇ ਹੈ, ਤੇ ਬੜਾ ਪ੍ਰੇਮ ਧਾਰ ਕੇ ਹਮੇਸ਼ਾ ਦਹੀਂ ਖਵਾਉਣਾ ਹੈ। ਸਾਬਤ ਟੰਗਰੀ ਕਰੀ ਨ ਤੋਹੇ, ਆ ਤੇਰੀ ਲੱਤ ਤਾਂ ਉਹਨਾਂ ਨੇ ਸਾਬਤ ਨਹੀਂ ਕੀਤੀ। ਬ੍ਰਿਥਾ ਸ਼ਰਮ ਤੇਰੋ ਸਭ ਹੋਏ, ਆ ਤੇਰੀ ਜਿਹੜੀ ਮਿਹਨਤ ਹੈ, ਮਸ਼ੱਕਤ ਏਡੀ ਦੂਰ ਜਾਣਾ ਤਾਂ ਤੇਰੀ ਸਾਰਾ ਬਿਰਥਾ ਹੀ ਜਾ ਰਿਹਾ ਹੈ। ਸੁਨ ਖੱਤਰੀ ਕਹਿ ਨਹਿ ਅਟਕਾਵੋ, ਉਹ ਖੱਤਰੀ ਬੜੀਆਂ ਮਿੰਨਤਾਂ ਕਰੇ, ਬਈ ਮੈਨੂੰ ਐ ਚੌਧਰੀਆ ਤੂੰ ਨਾ ਰੋਕ। ਸਮਾਂ ਜਾਏ ਬੀਤਿਓ ਇਸ ਥਾਵੋ, ਮੈਂ ਜਾ ਕੇ ਦਹੀਂ ਛਕਾਉਣਾ, ਇਹ ਸਮਾਂ ਇੱਥੇ ਹੀ ਬੀਤੀ ਜਾਂਦਾ ਇਸ ਥਾਂ ਤੇ ਹੀ। ਸਤਿਗੁਰ ਮੇਰੇ ਵੇ ਪ੍ਰਵਾਹੂ, ਇਹ ਨਾ ਜਾਣ ਗੁਰੂ ਕਰ ਨਹੀਂ ਕੁਛ ਸਕਦਾ, ਉਹ ਤੇ ਮੇਰੇ ਸਤਿਗੁਰੂ ਬੇਪਰਵਾਹ ਹਨ। ਚਾਹੇ ਸੋ ਕਰੈ ਏਕ ਛਿਨ ਮਾਹੂ, ਉਹ ਜੋ ਚਾਹਣ ਇੱਕ ਛਿਨ ਦੇ ਵਿੱਚ ਕਰ ਦਿੰਦੇ ਨੇ। ਭਲੋ ਜੀਵ ਕੋ ਜਿਮ ਹੋਏ ਜਾਏ, ਇਹ ਤਾਂ ਜੀਵ ਦਾ ਜਿਵੇਂ ਵੀ ਭਲਾ ਹੁੰਦਾ ਹੈ। ਤਿਮ ਸਿੱਖਨ ਹਿਤ ਗੁਰੂ ਕਰਾਏ, ਉਸੇ ਤਰ੍ਹਾਂ ਸਿੱਖਾਂ ਦੇ ਭਲੇ ਵਾਸਤੇ ਗੁਰੂ ਸਾਹਿਬ ਕਰਦੇ ਹਨ। ਇਮ ਕਹਿ ਜਾਚ ਸੁਲ ਕਰੀ ਲੀਨੀ,
ਇਉਂ ਚੌਧਰੀ ਨੇ ਮਖੌਲ ਵਿੱਚ ਉਹਦਾ ਬਹੁਤ ਸਮਾਂ ਉੱਥੇ ਲੰਘਾਤਾ। ਇਹਨੇ ਮਿਹਨਤਾਂ ਕਰ ਕਰਕੇ ਫਿਰ ਆਪਣੀ ਸੋਟੀ ਉਹ ਤੋਂ ਫੜੀ ਹੈ। ਕਿਤਕ ਸਮੇਂ ਬੀਤੀ ਤੇ ਸਦੀਨੀ, ਕਿੰਨਾ ਹੀ ਸਮਾਂ ਲੰਘਾ ਕੇ ਉਹਨੇ ਇਹੋ ਜਿਹੀਆਂ ਗੱਲਾਂ ਕਰਦੇ ਫੇਰ ਇਹਨੂੰ ਇਹਦੀ ਸੋਟੀ ਵਾਪਸ ਕੀਤੀ। ਲੰਗਰੀ ਟੰਗਰੀ ਕਾਸ਼ਟ ਪਰ ਧਰ, ਉਹ ਜਿਹੜੀ ਲੰਗੜੀ ਲੱਤ ਸੀ ਨਾ ਉਹ ਲੱਕੜ ਦੇ ਆਸਰੇ ਧਰ ਲੈਂਦਾ। ਮਾਰਗ ਚੱਲਿਓ ਤਾਇਲ ਕੋ ਕਰ, ਤੇ ਬਹੁਤ ਕਾਹਲੀ ਕਰਦਾ ਹੁਣ ਗੋਇੰਦਵਾਲ ਸਾਹਿਬ ਨੂੰ ਚੱਲ ਪਿਆ ਹੈ। ਇਤ ਗੁਰ ਦੇਗ ਥਾਨ ਮਹਿ ਆਏ, ਇਧਰ ਗੁਰੂ ਅਮਰਦਾਸ ਪਾਤਸ਼ਾਹ ਜੀ ਲੰਗਰ ਵਾਲੇ ਸਥਾਨ ਤੇ ਆ ਗਏ ਨੇ। ਥਾਲ ਪਰੋਸ ਧਰਿਓ ਅਗਵਾਏ, ਮਹਾਰਾਜ ਅੱਗੇ ਥਾਲ ਪਰੋਸ ਕੇ ਧਰਿਆ ਹੋਇਆ ਹੈ। ਸਗਰੀ ਸੰਗਤ ਕੇਰ ਅਗਾਰੇ, ਕਿਉਂਕਿ ਮਹਾਰਾਜ ਆਪ ਤੇ ਦਲੀਆ ਛਕਦੇ ਹੁੰਦੇ ਸੀ ਜਾਂ ਵਿੱਚ ਇਹ ਦਹੀਂ ਪਾ ਲੈਂਦੇ ਹੁੰਦੇ ਮਹਾਰਾਜ। ਬਾਕੀ ਤਾਂ ਪ੍ਰਸ਼ਾਦਾ ਥਾਲ ਜਿਹੜਾ ਸਜਣਾ ਨੂੰ ਮਹਾਰਾਜ ਨੇ ਭੋਗ ਲਾ ਕੇ ਕਹਿਣਾ ਭਾਈ ਲੈ ਜਾਓ ਤੇ ਸੰਗਤਾਂ ਨੂੰ ਵਰਤਾ ਦਿਓ। ਇਉਂ ਸਾਰੀਆਂ ਸੰਗਤਾਂ ਦੇ ਅੱਗੇ ਹੀ ਸਗਰੀ ਸੰਗਤ ਕੇਰ ਅਗਾਰੇ, ਸਭ ਸੰਗਤਾਂ ਦੇ ਅੱਗੇ ਕਰਿਓ ਪਰੋਸਨ ਵਿਵਿਧ ਪ੍ਰਕਾਰੇ, ਬਹੁਤ ਤਰ੍ਹਾਂ ਦਾ ਭੋਜਨ ਪਦਾਰਥ ਪਰੋਸ ਦਿੱਤੇ ਹਨ। ਬੈਠ ਰਹੇ ਸਤਿਗੁਰ ਤਿਸ ਕਾਲਾ, ਪਰ ਉਸ ਸਮੇਂ ਗੁਰੂ ਸਾਹਿਬ ਜੀ ਉਵੇਂ ਹੀ ਬੈਠੇ ਹਨ। ਮੁਖ ਮਹਿ ਗਰਾਸ ਨ ਪਾਏ ਰਸਾਲਾ, ਇਉਂ ਭਾਈ ਰਸਾਂ ਦਾ ਘਰ ਸਤਿਗੁਰੂ ਜੀ ਨੇ ਅਜੇ ਮੁਖ ਵਿੱਚ ਗਰਾਹੀ ਪਾਈ ਨਹੀਂ ਹੈ। ਗੁਰ ਦਿਸ ਪਿਖ ਕਰ ਸਗਰੀ ਸੰਗਤ, ਹੁਣ ਗੁਰੂ ਵੱਲ ਵੇਖਦੇ ਆ ਸਾਰੀਆਂ ਸੰਗਤਾਂ ਵੀ। ਨਹਿ ਆਹਾਰ ਪਾਵਹਿ ਮੁਖ ਪੰਗਤ, ਇਉਂ ਸਾਰੀ ਪੰਗਤ ਵਿੱਚ ਬੈਠੇ ਉਹ ਵੀ ਵੇਖਦੇ ਮਹਾਰਾਜ ਛਕਣਗੇ, ਭੋਗ ਲਾਉਣਗੇ, ਫੇਰ ਹੀ ਆਪਾਂ ਛਕਣਾ। ਕੋਈ ਵੀ ਭਾਈ ਭੋਜਨ ਮੁਖ ਵਿੱਚ ਨਹੀਂ ਪਾਉਂਦਾ ਹੈ। ਬੂਝੈ ਬੱਲੂ ਦਾਸ ਜੋ ਹੈ, ਜਿਹੜਾ ਭਾਈ ਬੱਲੂ ਸੇਵਕ ਹੈ ਉਹ ਪੁੱਛਦਾ ਹੈ। ਅਚਤ ਨਹੀਂ ਪ੍ਰਭ ਕੋ ਭੇਦਿਆ ਹੈ, ਜਾਂ ਕਹੀਏ ਬੱਲੂ ਨੂੰ ਪੁੱਛਦੇ ਨਹੀਂ ਮਹਾਰਾਜ ਛਕਦੇ ਨਹੀਂ। ਅਚਤ ਨਹੀਂ ਪ੍ਰਭ ਕੋ ਵਿਦ, ਕੀ ਐਸੀ ਗੱਲ ਹੋ ਗਈ ਮਹਾਰਾਜ ਕਿਉਂ ਨਹੀਂ ਛਕ ਰਹੇ ਅੱਜ। ਇਤਨੇ ਮਹਿ ਲੰਗਰਾ ਸਿੱਖਿਆ ਇਸ, ਸਮਾਂ ਕਾਫੀ ਲੰਘ ਗਿਆ ਫਿਰ ਇੰਨੇ ਨੂੰ ਲੰਗੜਾ ਸਿੱਖ ਆ ਗਿਆ। ਦਦ ਆਗੇ ਧਰ ਸੀਸ ਨਿਵਾਇਸ, ਤੇ ਦਹੀਂ ਅੱਗੇ ਧਰਿਆ ਉਹਨੇ ਮੱਥਾ ਟੇਕਿਆ ਮਹਾਰਾਜ ਨੂੰ। ਬੱਲੂ ਕੀ ਗੁਰ ਸੰਕ ਨਿਵਾਰਨ, ਤਾਂ ਭਾਈ ਬੱਲੂ ਦੀ ਗੁਰੂ ਸਾਹਿਬ ਜੀ ਨੇ ਇਹ ਸ਼ੰਕਾ ਨਿਵਰਤ ਕਰਨ ਲਈ ਲੰਗਾਹੇ ਸੰਗ ਕੀਨ ਉਚਾਰਨ, ਉਹ ਜਿਹੜਾ ਲੰਗ ਮਾਰਦਾ ਸਿੱਖ ਸੀ ਉਹਦੇ ਤਾਈ ਮਹਾਰਾਜ ਨੇ ਇਹ ਉਚਾਰਨ ਭਾਵ ਕਹਿਣਾ ਕੀਤਾ। ਆਜ ਕਹਾਂ ਤੁਮ ਬਿਲਮ ਲਗਾਈ, ਭਾਈ ਸਿੱਖਾ ਅੱਜ ਕਿੱਥੇ ਤੂੰ ਇੰਨੀ ਦੇਰ ਕਰ ਦਿੱਤੀ। ਜਿਸ ਤੇ ਭੋਜਨ ਸਮਾਂ ਬਿਤਾਈ, ਅਸੀਂ ਉਡੀਕਦੇ ਰਹੇ ਜਿਸ ਕਰਕੇ ਆ ਭੋਜਨ ਛਕਣ ਦਾ ਸਮਾਂ ਵੀ ਲੰਘ ਗਿਆ। ਹਾਥ ਜੋੜ ਤਿਨ ਸਰਬ ਪ੍ਰਕਾਸ਼ੀ, ਉਹਨੇ ਫਿਰ ਹੱਥ ਜੋੜ ਕੇ ਸਾਰੀ ਗੱਲ ਮਹਾਰਾਜ ਨੂੰ ਦੱਸੀ। ਕਰੀ ਪੰਚ ਨੇ ਮੋਹ ਸੰਗ ਹਾਸੀ, ਮਹਾਰਾਜ ਸਾਡੇ ਪਿੰਡ ਦਾ ਜਿਹੜਾ ਪੰਚ ਚੌਧਰੀ ਆ ਉਹਨੇ ਮੇਰੇ ਨਾਲ ਮਖੌਲ ਕੀਤੇ। ਗੁਰ ਜੇ ਸਮਰੱਥ ਸੇਵ ਕਮਾਈ, ਇਹ ਤੂੰ ਜੇ ਤੇਰਾ ਗੁਰੂ ਸਮਰੱਥ ਹੈ, ਆਪਦੇ ਸਮਰੱਥ ਗੁਰੂ ਦੀ ਤੂੰ ਕਹਿਣਾ ਮੈਂ ਸੇਵਾ ਕਰਦਾ ਹੈ। ਟੰਗਰੀ ਲੰਗਰੀ ਕਿਉਂ ਨਾ ਬਣਾਈ, ਆ ਤੇਰੀ ਲੰਗੜੀ ਟੰਗ ਕਿਉਂ ਨਾ ਠੀਕ ਕਰ ਦਿੱਤੀ ਉਸਨੇ। ਅਸ ਕਹਿ ਕਾਸ਼ਟ ਟੰਗਰੀ ਛੀਨੀ, ਇਉਂ ਕਹਿ ਕੇ ਮਹਾਰਾਜ ਉਹਨੇ ਆ ਲੱਕੜ ਦੀ ਜਿਹੜੀ ਸੋਟੀ ਸੀ ਇਹ ਮੇਰੇ ਕੋਲੋਂ ਖੋਹ ਲਈ। ਕਿਤਕ ਦੇਰ ਕਰ ਮੁਝ ਕੋ ਦੀਨੀ, ਉਹ ਮਖੌਲ ਕਰਦਾ ਰਿਹਾ ਮਹਾਰਾਜ ਕੁਝ ਸਮਾਂ ਦੇਰ ਕਰਕੇ ਫਿਰ ਮੈਨੂੰ ਉਸਨੇ ਸੋਟੀ ਵਾਪਸ ਕੀਤੀ। ਇਸ ਵਿਦ ਬਿਲਮ ਲੱਗੀ ਮੁਝ ਆਵਤ, ਇਸ ਕਰਕੇ ਮਹਾਰਾਜ ਮੈਨੂੰ ਆਉਂਦੇ ਨੂੰ ਦੇਰ ਲੱਗ ਗਈ। ਜਬ ਤਿਨ ਦਈ ਆਏ ਉਤ ਲਾਵਤ, ਮਹਾਰਾਜ ਜਦੋਂ ਉਹਨੇ ਸੋਟੀ ਮੈਨੂੰ ਦਿੱਤੀ ਇਹਦੇ ਆਸਰੇ ਫਿਰ ਮੈਂ ਕਾਹਲੀ ਨਾਲ ਆਇਆ ਹਾਂ।
ਸੁਣ ਕੈ ਗੁਰ ਸਭ ਬਿਖੈ ਅਲਾਈ। ਸੁਣ ਕੇ ਗੁਰੂ ਸਾਹਿਬ ਸਾਰਿਆਂ ਨੂੰ ਇਉਂ ਕਹਿਣ ਲੱਗੇ ਸਭ ਦੇ ਵਿੱਚ, ਬਾਤ ਨਹੀਂ ਹਮਰੋ ਚਿਤ ਆਈ। ਦੇਖੋ ਗੁਰੂ ਸਾਹਿਬ ਨੇ ਤਾਂ ਪਰਖ ਕਰਨੀ ਸੀ ਨਾ, ਇਹ ਵੀ ਪਰਖ ਸੀ। ਮਹਾਰਾਜ ਕਹਿੰਦੇ ਭਾਈ ਇਹ ਗੱਲ ਤਾਂ ਸਾਡੇ ਚਿੱਤ 'ਚ ਹੀ ਨਹੀਂ ਆਈ ਹੈ। ਅਸ ਕਹਿ ਕਿਰਪਾ ਦ੍ਰਿਸ਼ਟ ਜਬ ਕੀਨੀ। ਇਸ ਤਰ੍ਹਾਂ ਕਹਿ ਕੇ ਜਦੋਂ ਕਿਰਪਾ ਦ੍ਰਿਸ਼ਟੀ ਕੀਤੀ, ਟੂਟੀ ਟਾਂਗ ਸ਼ੁੱਧ ਕਰ ਦੀਨੀ। ਉਹਦੀ ਟੁੱਟੀ ਹੋਈ ਜਿਹੜੀ ਟੰਗ ਸੀ ਉਹ ਸਹੀ ਕਰ ਦਿੱਤੀ। ਪਰ ਜਦੋਂ ਭਾਈ ਸੰਤੋਖ ਸਿੰਘ ਜੀ ਦਾ ਪੜ੍ਹਦੇ ਆ, ਉੱਥੇ ਇੱਕ ਸਾਧੂ ਰਹਿੰਦਾ ਸੀ। ਮਹਾਰਾਜ ਕਹਿੰਦੇ ਹੋ ਕਰ ਉਹਦੇ ਕੋਲ ਜਾ, ਉਹ ਤੇਰੀ ਨਾ ਦੇਵੀ ਆ। ਵੀ ਮਹਾਰਾਜ ਦੇਖੋ ਖੇਡ ਹੈ, ਆਪਣਾ ਭੇਦ ਛਪਾ ਵੀ ਲੈਂਦੇ। ਉਹ ਆਖੇ ਲੱਗ ਕੇ ਉੱਥੇ ਚਲਿਆ ਗਿਆ। ਉਹ ਮਗਰ ਪੈ ਜਾਂਦਾ ਹੁੰਦਾ ਸੀ, ਗਾਲਾਂ ਕੱਢਦਾ, ਤੇ ਉਹਨੂੰ ਜਾ ਕੇ ਕਹਿੰਦੇ ਮਹਾਰਾਜ ਨੇ ਭੇਜਿਆ, ਆ ਮੇਰੀ ਟੰਗ ਠੀਕ ਕਰ ਦਿਓ। ਮਗਰ ਪੈ ਗਿਆ, ਜਾਂਦਾ ਕਿ ਨਹੀਂ ਇੱਥੋਂ। ਸੋਟੀ ਚੱਕ ਲਈ ਉਹਨੇ। ਐਵੇਂ ਜਿਹਨੇ ਕਰਨਾ ਉਹ ਐਵੇਂ ਮੇਰੇ ਕੋਲੇ ਭੇਜ ਦਿੰਦਾ, ਕਰਨਾ ਤਾਂ ਉਹਨੇ ਹੀ ਆ ਸਾਰਾ ਕੁਝ। ਜਾਂ ਸੋਟੀ ਚੱਕੀ, ਇਹ ਜਿਹੜਾ ਸਿੱਖ ਸੀ ਭੁੱਲ ਗਿਆ ਵੀ ਮੇਰੀ ਤਾਂ ਲੱਤ ਲੰਗੜੀ ਆ, ਤੀੜ ਦੇ ਲਈ ਇਹਨੇ ਸੋਟੀ ਆਪਦੀ ਸੱਟ ਤੇ ਜਦੋਂ ਭੱਜੇ ਜਾਂਦੇ ਨੇ ਦੇਖਿਆ ਉਹ ਮਨਾ ਲੱਤ ਠੀਕ ਹੋ ਗਈ ਆ, ਕੋਈ ਨੁਕਸ ਨਹੀਂ ਇਹਦੇ ਵਿੱਚ ਤਾਂ। ਤੇ ਫਿਰ ਵਾਪਸ ਜਾ ਕਹਿੰਦਾ ਇਹ ਜਿਹਨੇ ਕਰਨਾ ਉਹਨੇ ਕਰਨਾ, ਐਵੇਂ ਮੇਰੇ ਕੰਨੀ ਨੂੰ ਭੇਜ। ਦੇਖੋ ਮਹਾਰਾਜ ਇਹੋ ਜੀ ਜਿਹੜਾ ਹੈ ਆਪਣੇ ਪਿਆਰਿਆਂ ਨੂੰ ਵਡਿਆਈ ਵੀ ਦੇ ਦਿੰਦੇ ਆ, ਕਰਨਾ ਆਪ ਹੀ ਹੁੰਦਾ ਸਾਰਾ ਕੁਝ। ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਮਾਤਾ ਗੰਗਾ ਜੀ ਕਹਿੰਦੇ ਵੀ ਮਹਾਰਾਜ ਆਪਣੇ ਘਰ ਪੁੱਤਰ ਦੀ ਮਹਾਰਾਜ ਦੇਖੋ ਸਭ ਨੂੰ ਦੁੱਧ ਪੁੱਤ ਬਖਸ਼ਣ ਵਾਲੇ। ਗੰਗਾ ਵੀ ਜੇ ਪੁੱਤਰ ਚਾਹੀਦਾ ਫਿਰ ਬਾਬਾ ਬੁੱਢਾ ਜੀ ਕੋਲੇ ਜਾਣਾ ਪਊ, ਉਹਨਾਂ ਨੂੰ ਕਹੋ ਅਰਦਾਸ ਕਰਨ। ਫਿਰ ਇਹ ਆਪ ਦੀ ਮੌਜ, ਆਪਣੇ ਪਿਆਰਿਆਂ ਦੀ ਜਗਤ ਵਿੱਚ ਸੋਭਾ ਗੁਰੂ ਆਪ ਵਧਾਉਂਦਾ ਹੈ। ਗੁਰੂ ਦੇ ਪਿਆਰੇ ਬਣ ਜੀਏ, ਗੁਰੂ ਦਾ ਨਾਮ ਜਪਾਂਗੇ, ਗੁਰੂ ਉਪਦੇਸ਼ ਨੂੰ ਕਮਾਵਾਂਗੇ, ਵਡਿਆਈ ਸੋਭਾ ਮਹਾਰਾਜ ਆਪ ਹੀ ਬਖਸ਼ ਦਿੰਦਾ ਹੈ। ਤੇ ਸਤਿਗੁਰੂ ਨੇ ਕਿਰਪਾ ਕਰਤੀ, ਮਹਾਰਾਜ ਸੇਵਾ ਫਲ ਦਾਤਾ। ਇਉਂ ਮਹਾਰਾਜ ਭਾਈ ਸੇਵਾ ਦੇ ਫਲ ਦਾਤੇ ਹਨ। ਸਿੱਖ ਬਤਸਲ ਦੇ ਆਤਮ ਗਿਆਤਾ। ਉਹ ਆਪਣੇ ਬਤਸਲ ਆਪਣੇ ਪਿਆਰੇ ਸਿੱਖਾਂ ਨੂੰ ਆਤਮਿਕ ਗਿਆਨ ਬਖਸ਼ਦੇ ਨੇ। ਪ੍ਰਥਮੈ ਸਿੱਖ ਕੋ ਕਰਿਓ ਨਿਹਾਲ। ਪਹਿਲਾਂ ਇਹ ਸਿੱਖ ਨੂੰ ਫਿਰ ਨਿਹਾਲ ਕੀਤਾ। ਅਸਨ ਅਚਿਓ ਪੁਨ ਦੀਨ ਦਿਆਲ। ਫਿਰ ਭਾਈ ਉਹ ਪ੍ਰਸ਼ਾਦਾ ਦੀਨ ਦਿਆਲ ਸਤਿਗੁਰੂ ਜੀ ਨੇ ਛਕਿਆ ਹੈ। ਪਾਨ ਕਰ ਪਾਨ ਪਖਾਰੇ। ਪਾਨ ਕਰ ਪਾਣੀ ਪੀ ਕਰਕੇ ਕਰ ਪਾਨ ਪਖਾਰੇ, ਪਾਣੀ ਨਾਲ ਹੱਥ ਧੋਤੇ ਹਨ। ਪੁਨਹ ਆਏ ਕਰ ਬੈਠ ਚੁਬਾਰੇ। ਫਿਰ ਭਾਈ ਆ ਕੇ ਚੁਬਾਰੇ ਵਿੱਚ ਬੈਠ ਗਏ। ਬ੍ਰਿਧ ਤਬ ਢਿੱਗ ਹੋ ਕਰ ਅਰਦਾਸ। ਬਾਬਾ ਬੁੱਢਾ ਜੀ ਨੇ ਕੋਲ ਹੋ ਕੇ ਬੇਨਤੀ ਕੀਤੀ, ਭਾਖੀ ਸ੍ਰੀ ਸਤਿਗੁਰ ਕੇ ਪਾਸ। ਇਹ ਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਬੇਨਤੀ ਕੀਤੀ ਹੈ। ਹੇ ਸਤਿਗੁਰ ਜੀ ਪਰਮ ਕਿਰਪਾਲਾ। ਇਹ ਬੇਨਤੀ ਕੀਤੀ, ਹੈ ਸਤਿਗੁਰੂ ਪਰਮ ਕਿਰਪਾਲ ਗਰੀਬ ਨਵਾਜ ਜੀਓ। ਹੋਤ ਆਹਾਰ ਅਨੇਕ ਵਿਸਾਲਾ। ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਵੀ ਕਿੰਨੇ ਤਰ੍ਹਾਂ ਦਾ ਭੋਜਨ ਪਦਾਰਥ ਤੇ ਤਿਆਰ ਹੁੰਦਾ ਹੈ। ਕਿਉਂ ਬੇਨਤੀ ਕੀਤੀ ਵੀ ਸੰਗਤਾਂ ਕਿੰਨੇ ਤਰ੍ਹਾਂ ਦੇ ਪਦਾਰਥ ਛਕਦੀਆਂ, ਤੇ ਤੁਸੀਂ ਲੂਣ ਤੋਂ ਬਿਨਾ ਓਗਰਾ ਛਕਦੇ ਹੋ। ਲੂਣ ਤੋਂ ਬਿਨਾ ਉਹ ਦਲੀਆ ਮਹਾਰਾਜ ਓਗਰਾ ਗੁਰੂ ਸਾਹਿਬ ਜੀ ਸਿਰਫ ਉਹੀ ਲੈਂਦੇ ਹੁੰਦੇ, ਉਹ ਛਕਦੇ ਸਨ। ਕਿ ਮਹਾਰਾਜ ਸਾਨੂੰ ਐਂ ਜੇ ਲੱਗਦਾ ਅਸੀਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕਦੇ ਹਾਂ, ਤੇ ਤੁਸੀਂ ਮਹਾਰਾਜ ਜੀ ਇਕੱਲਾ ਓਗਰਾ ਛਕਦੇ ਹੋ। ਇਹ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਉੱਤਰ ਦਿੱਤਾ। ਇਹ ਕਥਾ ਆਪਾਂ ਕੱਲ ਪ੍ਰਸੰਗ ਪੜਾ ਸੁਣਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।